ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਐਸਆਈਟੀ ਕਰੇਗੀ ਪੁੱਛਗਿੱਛ। ਕੋਟਕਪੂਰਾ ਗੋਲੀकांड ਨੂੰ ਲੈ ਕੇ ਕੀਤੇ ਜਾਣਗੇ ਸਵਾਲ ਜਵਾਬ। ਬਾਦਲ ਦੀ ਚੰਡੀਗੜ੍ਹ ਰਿਹਾਇਸ਼ ਤੇ ਪਹੁੰਚਣਗੇ ਐਸਆਈਟੀ ਦੇ ਅਧਿਕਾਰੀ। ਗੈਂਗਸਟਰ ਲਖਵੀਰ ਲੰਡਾ ਨੇ ਲਈ ਤਰਨਤਾਰਨ ਕਤਲकांड ਦੀ ਜ਼ਿੰਮੇਵਾਰੀ। ਕਿਹਾ ਪੁਲਿਸ ਦੇ ਲਈ ਮੁਖਬਰੀ ਕਰਦਾ ਸੀ ਗੁਰਜੰਟ, ਆਪਣੇ ਹੀ ਚਚੇਰੇ ਭਰਾ ਅਸ਼ਦੀਪ ਦੇ ਖਿਲਾਫ ਕਰ ਰਿਹਾ ਸੀ ਸਾਜ਼ਿਸ਼ਾਂ। ਤਰਨਤਾਰਨ ਦੇ ਵਿੱਚ ਕਪੜਾ ਕਾਰੋਬਾਰੀ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀ ਪੁਲਿਸ ਨੇ ਕੀਤੀ ਪਛਾਣ। 18 ਤੇ 22 ਸਾਲ ਦੇ ਨੇ ਦੋਵੇਂ ਕਾਤਲ। ਸ਼ਰੇਆਮ ਦੁਕਾਨ ਦੇ ਵਿੱਚ ਵੜ ਕੇ ਮਾਰੀਆਂ ਸਨ ਗੋਲੀਆਂ। ਐਸਐਫਜੇ ਦੇ ਗੁਰਪਤਵੰਤ ਪੰਨੂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਖਾਰਿਜ। ਸੂਤਰਾਂ ਦੇ ਮੁਤਾਬਿਕ ਇੰਟਰਪੋਲ ਨੇ ਪੰਨੂ ਨੂੰ ਨਹੀਂ ਮੰਨਿਆ ਅੱਤਵਾਦੀ। ਕਿਹਾ ਖਾਲਿਸਤਾਨ ਦੀ ਮੰਗ ਕਰਨ ਵਾਲਾ ਵੱਖਵਾਦੀ ਹੈ ਪੰਨੂ। ਗੈਂਗਸਟਰ ਟੀਨੂ ਦੀ ਫਰਾਰੀ ਦੇ ਵਿੱਚ ਗ੍ਰਿਫਤਾਰ। 3 ਹੋਰ ਮੁਲਜ਼ਮਾਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ। ਲੁਧਿਆਣਾ ਦੇ ਰਹਿਣ ਵਾਲੇ ਨੇ ਤਿੰਨੇ। ਫਰਾਰੀ ਦੇ ਵਿੱਚ ਇਸਤੇਮਾਲ ਕਾਲੇ ਰੰਗ ਦੀ ਸਕੋਡਾ ਕਾਰ ਵੀ ਬਰਾਮਦ। ਤਲਵੰਡੀ ਸਾਬੋ ਦੇ ਵਪਾਰੀਆਂ ਤੋਂ ਰੰਗਦਾਰੀ ਮੰਗਣ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਪੁਲਿਸ। ਫਿਰੋਜ਼ਪੁਰ ਜੇਲ੍ਹ ਤੋਂ 4 ਦਿਨ ਦੇ ਰਿਮਾਂਡ ਤੇ ਲਿਆ। ਰੰਗਦਾਰੀ ਮੰਗਣ ਦੇ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਪੁੱਛਗਿੱਛ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਹੋਰ ਵਧੀਆਂ ਮੁਸ਼ਕਿਲਾਂ। ਹੁਣ ਨਵਾਂ ਸ਼ਹਿਰ ਦੇ ਕਥਿਤ ਟਰਾਂਸਪੋਰਟੇਸ਼ਨ ਘੁਟਾਲੇ ਵਿੱਚ ਵੀ ਵਿਜੀਲੈਂਸ ਨੇ ਕੀਤਾ ਨਾਮਜ਼ਦ। ਅਦਾਲਤ ਤੋਂ ਹਾਸਲ ਕੀਤਾ 3 ਦਿਨਾਂ ਦਾ ਰਿਮਾਂਡ। ਕੁਮਾਰ ਵਿਸ਼ਵਾਸ ਅਤੇ ਤਜਿੰਦਰ ਬੱਗਾ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਸੁਣਾਵੇਗੀ ਫੈਸਲਾ। ਆਮ ਆਦਮੀ ਪਾਰਟੀ ਦੇ ਖਿਲਾਫ ਟਿੱਪਣੀਆਂ ਨੂੰ ਲੈ ਕੇ ਦਰਜ ਹੋਈ ਸੀ ਐਫਆਈਆਰ। ਪਰਚੇ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦੋਹਾਂ ਨੇ ਪਾਈ ਹੈ ਪਟੀਸ਼ਨ। 14 ਅਕਤੂਬਰ ਨੂੰ ਐਸਵਾਈਐਲ ਤੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ। ਕਿਹਾ ਪਾਣੀਆਂ ਦੇ ਮੁੱਦੇ ਤੇ ਮੀਟਿੰਗਾਂ ਦਾ ਨਹੀਂ ਕੋਈ ਤੁਕ, ਬਾਹਰ ਨਹੀਂ ਜਾਣ ਦੇਵਾਂਗੇ ਇੱਕ ਵੀ ਬੂੰਦ, ਰਾਖੀ ਦੇ ਲਈ ਕੁਰਬਾਨੀਆਂ ਦੇਣ ਨੂੰ ਵੀ ਤਿਆਰ। ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਵੀਕੇਯੂ ਗ੍ਰਾਹਾਂ ਦਾ ਪੱਕਾ ਮੋਰਚਾ ਜਾਰੀ। ਲਗਾਤਾਰ ਚੌਥੇ ਦਿਨ ਵੀ ਡਟੇ ਕਿਸਾਨ ਸੜਕ ਤੇ ਹੀ ਬਿਤਾ ਰਹੇ ਨੇ ਦਿਨ ਰਾਤ। ਪਰਾਲੀ ਪ੍ਰਬੰਧਨ ਦੇ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ ਫੇਰ ਮੰਗੀ ਵਿੱਤੀ ਮਦਦ। ਕੈਬਨਿਟ ਮੰਤਰੀ ਮੀਥੇਰ ਬੋਲੇ ਪਰਾਲੀ ਸਾੜਨ ਦੇ ਨਾਲ ਹੋਣ ਵਾਲਾ ਪ੍ਰਦੂਸ਼ਣ ਪੂਰੇ ਦੇਸ਼ ਦੇ ਲਈ ਵੱਡੀ ਸਮੱਸਿਆ। ਕੇਂਦਰ ਦੀ ਮਦਦ ਤੋਂ ਬਿਨਾਂ ਨਿਜਾਤ ਪਾਣਾ ਔਖਾ। ਨਿਊਜ਼ 18 ਪੰਜਾਬ ਹਰਿਆਣਾ ਵੇਖੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ। ਸਿਆਸਤ ਦੇ ਬਾਬਾ ਬੋੜ ਸਵਾਲਾਂ ਦਾ ਸਾਹਮਣਾ ਕਰਨਗੇ। ਜੀ ਹਾਂ, ਅੱਜ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਵਾਲ ਜਵਾਬ ਕਰੇਗੀ ਐਸਆਈਟੀ। ਸੀਨੀਅਰ ਬਾਦਲ ਤੋਂ ਪੁੱਛਗਿੱਛ ਹੋਵੇਗੀ। ਸਵੇਰੇ 11 ਵਜੇ ਐਸਆਈਟੀ ਪੁੱਛਗਿੱਛ ਕਰਨ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਨਾਲ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਪੁੱਛਗਿੱਛ ਕਰੇਗੀ ਔਰ ਬਾਦਲ ਦੀ ਚੰਡੀਗੜ੍ਹ ਰਿਹਾਇਸ਼ ਤੇ ਐਸਆਈਟੀ ਦੇ ਅਧਿਕਾਰੀ ਪਹੁੰਚਣਗੇ, ਜਿੱਥੇ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣਗੇ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਇਹ ਸਵਾਲ ਜਵਾਬ ਹੋਣਗੇ। ਸਵੇਰੇ 11 ਵਜੇ ਐਸਆਈਟੀ ਨੇ ਪੁੱਛਗਿੱਛ ਕਰਨੀ ਹੈ। ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਹੈ ਜਿਹੜੀ ਸਵਾਲ ਪੁੱਛੇਗੀ ਪ੍ਰਕਾਸ਼ ਸਿੰਘ ਬਾਦਲ ਨੂੰ। ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਨੂੰ ਸਵਾਲ ਜਿਹੜੇ ਹੈਗੇ ਉਹ ਪੁੱਛੇ ਜਾਣਗੇ ਕੋਟਕਪੂਰਾ ਗੋਲੀकांड ਦੇ ਮੁਤਲਕ। ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜਾ ਹੈਗਾ ਐਕਸ਼ਨ ਤੇਜ਼ ਹੁੰਦਾ ਨਜ਼ਰ ਆ ਰਿਹਾ। ਬੀਤੇ ਦਿਨ ਵੀ ਤਸਵੀਰ ਸਾਹਮਣੇ ਆਈ ਸੀ, ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਈ ਵੀ ਸੀ ਕਿ ਕਿਸ ਤਰੀਕੇ ਐਸਆਈਟੀ ਦੇ ਨਾਲ ਜਿਹੜਾ ਹੈਗਾ ਫੋਰੈਂਸਿਕ ਟੀਮ ਜਿਹੜਾ ਹੈਗਾ ਬਕਾਇਦਾ ਮੌਕੇ ਤੇ ਪਹੁੰਚੀ, ਕੋਟਕਪੂਰਾ ਪਹੁੰਚੀ ਸੀਗੀ। ਉੱਥੇ ਪੈਮਾਇਸ਼ ਜਿਹੜਾ ਹੈਗਾ ਕੀਤੀ ਗਈ, ਗਿਣਤੀ ਮਿਣਤੀ ਕੀਤੀ ਗਈ। ਪੂਰਾ ਦਿਨ ਉਸ ਦਿਨ ਹੋਇਆ ਕੀ ਸੀਗਾ ਉਸ ਨੂੰ ਇੱਕ ਵਾਰ ਫਿਰ ਤੋਂ ਸਮਝਣ ਦੀ ਕੋਸ਼ਿਸ਼ ਜਿਹੜਾ ਹੈਗਾ ਕੀਤੀ ਗਈ। ਕਿੰਨੀ ਦੂਰੀ ਤੋਂ ਜਿਹੜਾ ਹੈਗਾ ਗੋਲੀ ਚਲਾਈ ਗਈ ਸੀਗੀ, ਕਿੱਥੇ ਜਿਹੜਾ ਹੈਗਾ ਵਾਟਰ ਕੈਨਨ ਸੀਗੀ, ਇਹ ਸਾਰੇ ਸਬੂਤ ਜਿਹੜਾ ਹੈਗਾ ਇੱਕ ਵਾਰ ਫਿਰ ਸਮਝਣ ਦੀ ਕੋਸ਼ਿਸ਼ ਜਿਹੜਾ ਹੈਗਾ ਉਹ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਔਰ ਬਾਦਲ ਦੀ ਸਿਹਤ ਠੀਕ ਨਾ ਹੋਣ ਕਰਕੇ ਘਰ ਦੇ ਵਿੱਚ ਹੀ ਹਾਲਾਂਕਿ ਅੱਜ ਐਸਆਈਟੀ ਪੁੱਛਗਿੱਛ ਕਰੇਗੀ। ਇਹ ਗੱਲ ਜਿਹੜਾ ਹੈਗਾ ਫਿਲਹਾਲ ਸਾਹਮਣੇ ਆ ਰਹੀ। पंकज मेरे सहयोगी पंकज कपाही इस वेले मेरे नाल फोन लाइन ते जुड़ रहे हैं। पंकज, सीनियर बादल एक बार फिर सवाल जवाब का सामना करनगे। एसआईटी सवाल पूछेगी। 11 बजे पुछगिछ होने वाली है कि कुछ जानकारी मिल पा रही है? देखो, एसआईटी ਦੇ ਜਿਹੜੇ ਮੁਖੀ ਨੇ ਐਲਕੇ ਯਾਦਵ, ਉਹ ਖੁਦ ਜਿਹੜਾ ਵਾ ਉਹ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਦੇ ਘਰ ਦੇ ਵਿੱਚ 11 ਵਜੇ ਪਹੁੰਚ ਰਹੇ ਨੇ। ਐਸਆਈਟੀ ਕਿਉਂਕਿ ਉਸ ਵੇਲੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ, ਜਿਸ ਵੇਲੇ ਕੋਟਕਪੂਰਾ ਦੇ ਵਿੱਚ ਗੋਲੀ ਚੱਲੀ ਸੀਗੀ ਔਰ ਲਗਾਤਾਰ ਇਹ ਸਵਾਲ ਉੱਠਦੇ ਰਹੇ ਨੇ ਕਿ ਗੋਲੀ ਚਲਾਉਣ ਦੇ ਹੁਕਮ ਕੀ ਮੁੱਖ ਮੰਤਰੀ ਜਾਂ ਡਿਪਟੀ ਸੀਐਮ ਦੀ
ਜਾਣਕਾਰੀ ਤੋਂ ਬਿਨਾਂ ਦਿੱਤੇ ਗਏ ਜਾਂ ਉਹਨਾਂ ਦੀ ਜਾਣਕਾਰੀ ਦੇ ਵਿੱਚ ਸੀਗੇ ਜਾਂ ਫਿਰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਗਏ। ਹਾਲਾਂਕਿ ਅਕਾਲੀ ਦਲ ਵੱਲੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਹੁੰਦਾ ਆਇਆ ਹੈ ਕਿ ਇਸ ਮੁੱਦੇ ਤੇ ਸਿਆਸਤ ਹੋਈ ਹੈ ਔਰ ਇਹ ਕਹਿੰਦੇ ਆਏ ਨੇ ਕਿ ਐਸਡੀਐਮ ਕਹਿੰਦੇ ਰਹੇ ਨੇ ਕਿ ਗੋਲੀ ਚਲਾਉਣ ਦੇ ਹੁਕਮ ਉਹਨਾਂ ਦੇ ਵੱਲੋਂ ਦਿੱਤੇ ਗਏ ਸੀਗੇ। ਤਾਂ ਜਿਹੇ ਚ ਕਿਉਂਕਿ ਕੱਲ ਕੋਟਕਪੂਰਾ ਦੇ ਵਿੱਚ ਐਸਆਈਟੀ ਦੀ ਟੀਮ ਪਹੁੰਚੀ ਸੀਗੀ, ਰੀਕ੍ਰੀਏਟ ਕੀਤਾ ਗਿਆ ਕਿ ਉਸ ਵੇਲੇ ਹਾਲਾਤ ਕਿਹੋ ਜਿਹੇ ਸੀ, ਕਿੰਨੇ ਪੁਲਿਸ ਮੁਲਾਜ਼ਮ ਤੈਨਾਤ ਸੀ, ਕਿੱਥੋਂ ਗੋਲੀ ਚੱਲੀ, ਕਿ ਉਹ ਪੂਰਾ ਇੱਕ ਰੀਕ੍ਰੀਏਟ ਜਿਹੜਾ ਉਹ ਸੀਨ ਕੀਤਾ ਗਿਆ ਸੀਗਾ। ਤਾਂ ਹੁਣ ਕਿਉਂਕਿ ਉਸ ਵੇਲੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ, ਤਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਐਸਆਈਟੀ ਦੇ ਕਈ ਸਾਰੇ ਸਵਾਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀਗੇ ਉਸ ਵੇਲੇ। ਲਗਾਤਾਰ ਇਸ ਗੱਲੋਂ ਗੱਲ ਵੀ ਕਿਹਾ ਗਿਆ ਅਕਾਲੀ ਦਲ ਦੇ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਵਿਦੇਸ਼ ਦੇ ਵਿੱਚ ਸੀਗੇ ਜਦੋਂ ਗੋਲੀ ਚੱਲੀ ਸੀਗੀ। ਤਾਂ ਅਜਿਹੇ 'ਚ ਕਿਉਂਕਿ ਕੀ ਇਸ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੀਗੀ ਜਾਂ ਨਹੀਂ ਸੀਗੀ, ਜਾਂ ਫਿਰ ਜਦੋਂ ਗੋਲੀ ਚੱਲੀ ਕਿੰਨੀ ਦੇਰ ਬਾਅਦ ਜਾਣਕਾਰੀ ਦਿੱਤੀ ਗਈ, ਇਹ ਕਈ ਸਾਰੇ ਸਵਾਲ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੋਂ ਐਸਆਈਟੀ ਦੀ ਟੀਮ ਪੁੱਛੇਗੀ। ਔਰ ਐਸਆਈਟੀ ਦੀ ਟੀਮ ਇਸ ਵੇਲੇ ਕਿਉਂਕਿ ਤਫਤੀਸ਼ ਕਰ ਰਹੀ ਹੈ ਗਗਨ, ਦੋ ਸਰਕਾਰਾਂ ਬਦਲ ਚੁੱਕੀਆਂ ਨੇ ਇਸ ਪੂਰੇ ਮੁੱਦੇ ਦੇ ਉੱਤੇ ਔਰ 3 ਮੁੱਖ ਮੰਤਰੀ ਬਦਲ ਚੁੱਕੇ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਹੋਣ। ਤਾਂ ਹੁਣ ਕੀ ਇਹ ਐਸਆਈਟੀ ਇਸ ਪੂਰੇ ਮਾਮਲੇ ਦਾ ਸੱਚ ਸਾਹਮਣੇ ਲਿਆ ਪਾਏਗੀ ਕਿ ਆਖਰ ਗੋਲੀ ਚਲਾਉਣ ਦੀ ਵਜ੍ਹਾ ਔਰ ਕਿਸ ਦੇ ਹੁਕਮ ਤੋਂ ਬਾਅਦ ਦਿੱਤੀ ਗਈ ਸੀ? ਇਸ ਦੀ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਹੈ ਗਗਨ। ਬਿਲਕੁਲ ਬਿਲਕੁਲ ਪੰਕਜ ਇਸ ਤਰੀਕੇ ਦੀ ਪੁੱਛਗਿੱਛ ਇਹ ਸੀਨੀਅਰ ਬਾਦਲ ਦੇ ਨਾਲ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੋਣ ਜਾ ਰਹੀ ਹੈ। ਪਹਿਲਾਂ ਜਦੋਂ ਇਸ ਤਰੀਕੇ ਦੀ ਪੁੱਛਗਿੱਛ ਹੋਈ ਸੀ ਜਾਂ ਕਿਉਂ ਨਹੀਂ ਲਿੱਤਾ ਗਿਆ, ਇਹ ਸਾਰੇ ਸਵਾਲ ਨੇ। ਜਿੱਥੋਂ ਤੱਕ ਰਹੀ ਗੱਲ ਪਹਿਲਾਂ ਪੁੱਛਗਿੱਛ ਔਰ ਹੁਣ ਪੁੱਛਗਿੱਛ ਦੀ, ਕਿਉਂਕਿ ਇਸ ਪੂਰੇ ਮੁੱਦੇ ਦੇ ਉੱਤੇ ਸਿਆਸਤ ਵੀ ਗਰਮਾਉਂਦੀ ਰਹੀ ਹੈ। ਲਗਾਤਾਰ ਅਕਾਲੀ ਦਲ ਨਿਸ਼ਾਨੇ ਤੇ ਰਿਹਾ, ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਤਾਂ ਅਜਿਹੇ 'ਚ ਉਸ ਵੇਲੇ ਕਿਉਂਕਿ ਪਹਿਲੀ ਵਾਰ ਸੀਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਐਸਆਈਟੀ ਕਰੇ, ਤਾਂ ਉਸ ਵੇਲੇ ਤਾਂ ਇਹ ਮੁੱਦਾ ਇੰਨਾ ਭਖਿਆ ਹੋਇਆ ਸੀਗਾ। ਹੁਣ ਦੂਸਰੀ ਵਾਰ ਹੈ ਕਿਉਂਕਿ ਸੰਮਨ ਐਸਆਈਟੀ ਨੇ ਪਹਿਲਾਂ ਭੇਜੇ ਸੀਗੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਸੀ ਪਹਿਲਾਂ ਹੀ ਕਿ ਐਸਆਈਟੀ ਜਦੋਂ ਵੀ ਕਹੇਗੀ ਪੁੱਛਗਿੱਛ ਦੇ ਲਈ ਅਸੀਂ ਆਵਾਂਗੇ। ਔਰ ਪਹਿਲਾਂ ਵੀ ਇਹ ਦੇਖਣ 'ਚ ਆਇਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਹੈ ਔਰ ਸਿਹਤ ਉਹਨਾਂ ਦੀ ਚੰਗੀ ਨਹੀਂ ਰਹਿੰਦੀ, ਤਾਂ ਫਿਰ ਦਫ਼ਤਰ ਦੀ ਬਜਾਏ ਉਹਨਾਂ ਨੂੰ ਘਰੇ ਐਸਆਈਟੀ ਜਿਹੜੀ ਪਹੁੰਚ ਜਾਂਦੀ ਹੈ। ਤਾਂ ਇਸ ਵਾਰ ਵੀ ਉਹੀ ਤਸਵੀਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਥੋੜੀ ਦੇਰ ਬਾਅਦ 11 ਵਜੇ ਦੇ ਕਰੀਬ ਐਸਆਈਟੀ ਦੇ ਜਿਹੜੇ ਮੈਂਬਰ ਨੇ, ਚਾਹੇ ਐਸਆਈਟੀ ਦੇ ਜਿਹੜੇ ਮੁਖੀ ਨੇ, ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਪਹੁੰਚ ਰਹੇ ਨੇ। ਬਿਲਕੁਲ 11 ਵਜੇ ਐਸਆਈਟੀ ਦੇ ਮੈਂਬਰ ਜਿਹੜੇ ਹੈਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਪਹੁੰਚ ਰਹੇ ਨੇ ਔਰ ਉੱਥੇ ਜਾ ਕੇ ਜਿਹੜਾ ਹੈਗਾ ਉਹ ਅੱਜ ਪੁੱਛਗਿੱਛ ਕਰਨਗੇ, ਪੁੱਛ ਪੜਤਾਲ ਜਿਹੜਾ ਹੈਗਾ ਕਰਨਗੇ, ਸਵਾਲ ਜਵਾਬ ਜਿਹੜਾ ਹੈਗਾ ਹੋਣਗੇ। ਬਹੁਤ ਕੁਝ ਜਿਹੜਾ ਹੈਗਾ ਅੱਜ ਵੀ ਸਵਾਲ, ਹਾਲਾਂਕਿ ਜਿਸ ਤਰੀਕੇ ਪੰਕਜ ਦੱਸ ਰਹੇ ਸੀਗੇ ਉੱਥੇ ਹੀ ਖੜੇ ਨੇ, ਸਵਾਲ ਉਹੀ ਨੇ ਆਰਡਰ ਕਿਸ ਨੇ ਦਿੱਤੇ, ਕਿਸ ਤੇ ਆਰਡਰ ਤੇ ਗੋਲੀਆਂ ਚੱਲੀਆਂ, ਕਿਉਂਕਿ ਪਰ ਇਹ ਸਵਾਲ ਹਜੇ ਵੀ ਬਰਕਰਾਰ ਹੈਗਾ ਕਿ ਕੀ ਜਵਾਬ ਵੀ ਉਹੀ ਹੋਣਗੇ ਜਾਂ ਜਵਾਬ ਵੱਖਰੇ ਹੋਣਗੇ। ਪੰਕਜ ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਕਿਸ ਤਰੀਕੇ ਅੱਜ 11 ਵਜੇ, ਹੁਣ ਤੋਂ ਕੁਝ ਦੇਰ ਬਾਅਦ, ਤਕਰੀਬਨ 1 ਘੰਟਾ ਵੀ ਨਹੀਂ ਬਚਿਆ, ਕੁਝ 1 ਮਿੰਟ ਬਚੇ ਨੇ, ਜਿਸ ਤੋਂ ਬਾਅਦ ਪੁੱਛ ਪੜਤਾਲ ਜਿਹੜਾ ਹੈਗਾ ਉਹ ਸ਼ੁਰੂ ਹੋਵੇਗੀ। ਸਾਡੇ ਨਾਲ ਡਾਕਟਰ ਦਲਜੀਤ ਚੀਮਾ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ। ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ। 11 ਵਜੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਨਾਲ ਐਸਆਈਟੀ ਪੁੱਛਗਿੱਛ ਕਰਨ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਨੂੰ ਕਿਸ ਤਰੀਕੇ ਦੇਖ ਰਿਹਾ? ਦੇਖੋ, ਮੈਂ ਵੀ ਤੁਹਾਡੇ ਟੈਲੀਵਿਜ਼ਨ ਤੋਂ ਸੁਣ ਰਿਹਾ, ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਹੈ ਜਹਾਂ ਤੱਕ ਇਸ ਤਰ੍ਹਾਂ ਦੀ ਵੀ ਕਿ ਅੱਜ ਕੋਈ ਆਉਣਾ, ਕਿਉਂਕਿ ਬਾਦਲ ਸਾਹਿਬ ਕੁਝ ਦਿਨਾਂ ਤੋਂ ਥੋੜੀ ਜਿਹੀ ਸਿਹਤ ਉਹਨਾਂ ਦੀ ਉਮਰ ਦੇ ਮੁਤਾਬਕ ਵੈਸੇ ਠੀਕ ਨਹੀਂ ਹੈ ਜੀ, ਪਰ ਮੇਰੇ ਕੋਲ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੇ ਆਉਣਾ। ਬਾਕੀ ਬਾਦਲ ਸਾਹਿਬ ਦਾ ਸਟੈਂਡ ਤਾਂ ਹਮੇਸ਼ਾ ਹੀ ਕਲੀਅਰ ਹੈ, ਜਦੋਂ ਵੀ ਕੋਈ ਆਉਣਾ ਚਾਹਵੇ ਆ ਕੇ ਜਿਹੜੀ ਹੈ ਜਦੋਂ ਮਰਜ਼ੀ ਗੱਲ ਕਰ ਸਕਦਾ। ਇਸ ਗੱਲ ਤੋਂ ਉਹਨਾਂ ਨੇ ਕਦੇ ਵੀ ਅਵਾਇਡ ਨਹੀਂ ਕੀਤਾ। ਉਹ ਤਾਂ ਜਦੋਂ ਪਿਛਲੀ ਸੈੱਟ ਬਣੀ ਸੀ ਤੇ ਉਸ ਵੇਲੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਕੱਲੇ ਆ ਗਏ ਸੀ ਤੇ ਉਹਨਾਂ ਨੇ ਆਪ ਤੁਹਾਡੇ ਸਾਰੇ ਮੀਡੀਆ ਦੇ ਸਾਹਮਣੇ ਖੁਦ ਚੇਅਰਮੈਨ ਨੂੰ ਫੋਨ ਕਰਕੇ ਬੁਲਾਇਆ ਸੀ ਕਿ ਤੁਸੀਂ ਵੀ ਆਓ, ਤੇ ਆ ਕੇ ਸਾਰਿਆਂ ਨੂੰ ਉਹਨਾਂ ਨੇ ਬਿਠਾਇਆ ਸੀ, ਲੰਬੀ ਚੌੜੀ ਗੱਲਬਾਤ ਕੀਤੀ ਸੀ। ਪਰ ਉਮਰ ਦੇ ਮੁਤਾਬਕ, ਕਿਉਂਕਿ ਪਤਾ ਹੀ ਹੈ ਏਡੀ ਵੱਡੀ ਉਮਰ ਦੇ ਵਿੱਚ ਕਈ ਤਰ੍ਹਾਂ ਦੀਆਂ ਉਮਰ ਦੀਆਂ ਦਿੱਕਤਾਂ ਹੁੰਦੀਆਂ, ਇਸ ਕਰਕੇ ਮੈਨੂੰ ਤਾਂ ਕੋਈ ਨਾਲ ਨਹੀਂ। ਸਿਰਫ ਅਸੀਂ ਟੀਵੀ ਤੇ ਸੁਣ ਰਹੇ ਹਾਂ, ਜੋ ਤੁਸੀਂ ਚਲਾ ਰਹੇ ਹੋ ਤੁਹਾਡਾ ਸੋਰਸ ਕੀ ਹੈ? ਪਾਰਟੀ ਲੈਵਲ ਤੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ? ਮੈਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਅੱਜ ਕੋਈ ਕਿਸੇ ਤਰ੍ਹਾਂ ਦਾ ਵੀ
ਜਿਹੜੀ ਹੈਗੀ ਕਿਸੇ ਨੇ ਪੁੱਛਗਿੱਛ ਠੀਕ ਠੀਕ ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਡਾਕਟਰ ਦਲਜੀਤ ਚੀਮਾ ਪਾਰਟੀ ਦੇ ਮੁੱਖ ਬੁਲਾਰੇ ਨੇ, ਪਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੂੰ ਪਾਰਟੀ ਲੈਵਲ ਤੇ ਇਸ ਗੱਲ ਦੀ ਇਨਫੋਰਮੇਸ਼ਨ ਨਹੀਂ ਹੈ, ਪਰ ਅਸੀਂ ਇਹ ਗੱਲ ਪੁਖਤਾ ਕਰ ਰਹੇ ਹਾਂ, ਨਿਊਜ਼ 18 ਪੰਜਾਬ ਇਹ ਗੱਲ ਪੁਖਤਾ ਕਰ ਰਿਹਾ ਕਿ ਅੱਜ ਪੁੱਛਗਿੱਛ ਜਿਹੜਾ ਹੈਗਾ ਹੋਣੀ ਹੈ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ। ਚੰਡੀਗੜ੍ਹ ਰਿਹਾਇਸ਼ ਤੇ SIT ਪਹੁੰਚੇਗੀ LK ਯਾਦਵ ਦੀ ਅਗਵਾਈ ਵਾਲੀ। ਅੱਜ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਨਾਲ ਸਵਾਲ ਜਵਾਬ ਕਰੇਗੀ LK ਯਾਦਵ ਦੀ ਅਗਵਾਈ ਵਾਲੀ SIT, ਜਿਹੜੀ ਪੁੱਛ ਪੜਤਾਲ ਕਰੇਗੀ ਇੱਕ ਵਾਰ ਫਿਰ ਤੋਂ। ਤੇ ਕੋਟਕਪੂਰਾ ਗੋਲੀकांड ਵਿੱਚ ਇਸ ਤੋਂ ਪਹਿਲਾਂ 14 ਸਤੰਬਰ ਨੂੰ ਸੁਖਬੀਰ ਬਾਦਲ ਤੋਂ SIT ਨੇ ਪੁੱਛਗਿੱਛ ਕੀਤੀ ਸੀ ਤੇ ਇਸੇ ਦੌਰਾਨ ਅਕਾਲੀ ਦਲ ਨੇ ਸਰਕਾਰ ਤੇ ਸਿਆਸੀ ਬਦਲਾਖੋਰੀ ਦਾ ਇਲਜ਼ਾਮ ਵੀ ਲਗਾਇਆ। ਸੋ ਸੀਨੀਅਰ ਬਾਦਲ ਤੋਂ ਅੱਜ ਪੁੱਛਗਿੱਛ ਹੋਵੇਗੀ। ਬਾਦਲ ਸੀਨੀਅਰ ਬਾਦਲ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਸਵਾਲਾਂ ਦੇ ਨਾਲ ਸਾਹਮਣਾ ਹੋਏਗਾ। ਜਿਸ ਤਰੀਕੇ ਡਾਕਟਰ ਦਲਜੀਤ ਚੀਮਾ ਕਹਿ ਰਹੇ ਸੀਗੇ ਪਾਰਟੀ ਲੈਵਲ ਤੇ ਇਨਫੋਰਮੇਸ਼ਨ ਨਹੀਂ ਹੈਗੀ, ਪਾਰਟੀ ਲੈਵਲ ਤੇ ਇਨਫੋਰਮੇਸ਼ਨ ਨਾ ਹੋਣ ਦਾ ਮਤਲਬ ਕੀ ਹੈਗਾ, ਇਹ ਵੀ ਆਪਣੇ ਆਪ ਵਿੱਚ ਸਵਾਲ ਹੈ ਇਸ ਵੇਲੇ, ਕਿਉਂਕਿ ਜਿਸ ਤਰੀਕੇ ਦੀ ਤਸਵੀਰ ਹੈਗੀ ਹੈ ਸੀਨੀਅਰ ਬਾਦਲ ਦੇ ਨਾਲ ਪੁੱਛਗਿੱਛ ਹੋਣੀ ਹੋਵੇ ਔਰ ਪਾਰਟੀ ਦੇ ਮੁੱਖ ਬੁਲਾਰੇ ਨੇ ਡਾਕਟਰ ਦਲਜੀਤ ਚੀਮਾ, ਜੇਕਰ ਉਹ ਇਹ ਕਹਿੰਦੇ ਨੇ ਕਿ ਮੈਨੂੰ ਮੀਡੀਆ ਦੇ ਰਾਹੀਂ ਪਤਾ ਲੱਗ ਰਿਹਾ ਕਿ ਇਸ ਤਰੀਕੇ ਦੀ ਪੁੱਛ ਪੜਤਾਲ ਹੋਣੀ ਹੈ, ਕੋਈ ਆ ਰਿਹਾ ਪੁੱਛ ਪੜਤਾਲ ਕਰਨ ਦੇ ਲਈ, ਸਵੇਰੇ 11 ਵਜੇ SIT ਪੁੱਛਗਿੱਛ ਸ਼ੁਰੂ ਕਰਨ ਵਾਲੀ ਹੈ। ਪੰਕਜ ਮੇਰੇ ਨਾਲ ਜੁੜ ਰਹੇ ਨੇ। ਪੰਕਜ, ਡਾਕਟਰ ਦਲਜੀਤ ਚੀਮਾ ਜੁੜੇ ਸੀਗੇ ਸਾਡੇ ਨਾਲ, ਉਹ ਕਹਿ ਰਹੇ ਨੇ ਕਿ ਪਾਰਟੀ ਲੈਵਲ ਤੇ ਤਾਂ ਮੈਨੂੰ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਨਹੀਂ ਹੈਗੀ, ਮੈਂ ਸਿਰਫ ਨਿਊਜ਼ 18 ਪੰਜਾਬ ਤੇ ਮੈਂ ਸੁਣਿਆ ਵੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਦਾ ਕੁਝ ਹੋਣ ਵਾਲਾ ਹੈ। ਕਿਸ ਤਰੀਕੇ ਦੀ ਤਿਆਰੀ ਕਰ ਰਹੀ ਹੈ SIT ਜਾਂ ਕਿਸ ਤਰੀਕੇ ਦੀ ਤਿਆਰੀ ਸਰਕਾਰ ਦੀ ਹੈ? ਪੰਕਜ ਦੇਖੋ, ਇਸ ਵੇਲੇ SIT ਦੇ ਸੋਰਸਿਸ ਦੇ ਵੱਲੋਂ ਜਾਣਕਾਰੀ ਨਿਊਜ਼ 18 ਦੇ ਕੋਲ ਆਈ ਹੈ ਕਿ 11 ਵਜੇ ਜਿਹੜੀ ਪੁੱਛਗਿੱਛ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੋਂ ਕੀਤੀ ਜਾਏਗੀ ਔਰ ਥੋੜੀ ਦੇਰ ਦੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਾਰਟੀ ਲੈਵਲ ਤੇ ਨਹੀਂ ਦੱਸਿਆ ਜਾਂਦਾ ਜਾਂ ਫਿਰ ਇਸ ਕਿਉਂਕਿ ਏਡੀ ਵੱਡੀ ਖਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਉਸ ਵੇਲੇ ਦੇ ਮੁੱਖ ਮੰਤਰੀ ਸੀਗੇ, ਇੱਕ ਕਦਾਵਰ ਲੀਡਰ ਨੇ ਔਰ ਉਹਨਾਂ ਤੋਂ ਹੁਣ SIT ਪੁੱਛਗਿੱਛ ਕਰਨ ਜਾ ਰਹੀ ਹੈ। ਤਾਂ ਅਜਿਹੇ 'ਚ ਪਹਿਲਾਂ ਅਸੀਂ ਇਹ ਵੀ ਦੇਖਿਆ ਸੀ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੰਮਨ ਆਏ ਸੀਗੇ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬੁਲਾਇਆ ਗਿਆ ਸੀ, ਉਸ ਵੇਲੇ ਵੀ ਅਕਾਲੀ ਦਲ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਨੂੰ ਜਾਣਕਾਰੀ ਨਹੀਂ ਹੈ। ਬਾਅਦ ਵਿੱਚ ਅਸੀਂ ਇਹ ਦੇਖਿਆ ਕਿ ਘਰੋਂ ਬਾਹਰ ਨਿਕਲੇ, ਪਹਿਲਾਂ ਪਾਰਟੀ ਦਫ਼ਤਰ ਗਏ, ਪਾਰਟੀ ਦਫ਼ਤਰ ਬਹੁਤ ਸਾਰੇ ਲੀਡਰਾਂ ਦੇ ਨਾਲ ਉੱਥੋਂ ਦੀ ਫਿਰ SIT ਦੇ ਦਫ਼ਤਰ ਪਹੁੰਚੇ ਸੀਗੇ। ਤਾਂ ਅਜਿਹੇ 'ਚ 11 ਵਜੇ SIT ਦੀ ਟੀਮ ਜਦੋਂ ਉੱਥੇ ਪਹੁੰਚੇਗੀ ਤਾਂ ਫਿਰ ਅਕਾਲੀ ਦਲ ਦੇ ਲੀਡਰ ਵੀ ਸ਼ਾਇਦ ਉੱਥੇ ਜੁਟਣੇ ਜਿਹੜੇ ਉਹ ਸ਼ੁਰੂ ਹੋ ਸਕਦੇ ਨੇ। ਹਾਂ ਬਿਲਕੁਲ, ਇਹ ਮੁਮਕਿਨ ਹੈਗਾ ਪੰਕਜ ਕਿ 11 ਵਜੇ ਜਦੋਂ ਟੀਮ ਪਹੁੰਚ ਜਾਵੇ ਤਾਂ ਸ਼ਾਇਦ ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਉੱਥੇ ਇਕੱਠਾ ਹੋਣ ਜਾਂ ਉੱਥੇ ਜਿਹੜਾ ਹੈਗਾ ਇਕੱਠੇ ਹੋਣੇ ਸ਼ੁਰੂ ਹੋ ਜਾਣ। ਪੰਕਜ ਤੁਹਾਡੇ ਨਾਲ ਮੈਂ ਗੱਲਬਾਤ ਲਗਾਤਾਰ ਜਾਰੀ ਰੱਖਾਂਗਾ। ਮਲਵਿੰਦਰ ਕੰਗ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ। ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਔਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਅੱਜ SIT ਪੁੱਛਗਿੱਛ ਕਰਨ ਜਾ ਰਹੀ ਹੈ, ਤੁਹਾਨੂੰ ਇਨਫੋਰਮੇਸ਼ਨ ਹੈਗੀ ਹੈ? ਇਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਡਾਕਟਰ ਦਲਜੀਤ ਚੀਮਾ ਨੂੰ ਅਸੀਂ ਸਵਾਲ ਪੁੱਛਿਆ ਸੀ, ਉਹਨਾਂ ਨੇ ਕਿਹਾ ਕਿ ਪਾਰਟੀ ਲੈਵਲ ਤੇ ਤਾਂ ਸਾਨੂੰ ਇਨਫੋਰਮੇਸ਼ਨ ਨਹੀਂ ਹੈਗੀ। ਦੇਖੋ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਗਗਨ ਜੀ ਕਿ ਜਦੋਂ 2015 ਚ ਬੇਅਦਬੀ ਹੁੰਦੀ ਹੈ ਗੁਰੂ ਸਾਹਿਬ ਦੀ, ਉਦੋਂ ਬਾਦਲ ਸਾਹਿਬ ਜਿਹੜੇ ਸੀਗੇ ਮੁੱਖ ਮੰਤਰੀ ਸੀਗੇ ਪੰਜਾਬ ਦੇ, ਔਰ ਉਸ ਤੋਂ ਬਾਅਦ ਇਹ ਸਾਰਾ ਮਸਲਾ ਲਗਾਤਾਰ ਲਿੰਗਰ ਔਨ ਹੁੰਦਾ ਰਿਹਾ ਔਰ ਕੰਕਰੀਟ ਇਹਦੇ ਤੇ ਕੋਈ ਫੈਸਲਾ ਨਹੀਂ ਲਿਆ ਜਾਂ ਤੇ ਫਿਰ ਕਾਂਗਰਸ ਆ ਗਈ, ਇੱਕ ਦੂਜੇ ਨੂੰ ਬਚਾਉਣ ਦੇ ਦੋਸ਼ ਲੱਗਦੇ ਰਹੇ ਔਰ ਪੂਰੀ ਇੱਕ ਪ੍ਰੋਸੀਕਿਊਸ਼ਨ ਪ੍ਰਭਾਵਿਤ ਵੀ ਰਹੀ ਆ। ਸੋ ਸੁਭਾਵਿਕ ਜੀ ਗੱਲ ਹੈ ਵੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਲੋਕਾਂ ਦੀਆਂ ਉਮੀਦਾਂ ਹੈ ਔਰ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਉਹਦਾ ਜਿਹੜਾ ਲਾਅ ਦੇ ਹਿਸਾਬ ਨਾਲ ਜਸਟਿਸ ਦਿੱਤਾ ਜਾਵੇ ਔਰ ਕਾਨੂੰਨ ਆਪਣਾ ਕੰਮ ਕਰੇ। ਜਿੱਥੋਂ ਤੱਕ ਜਾਣਕਾਰੀ ਦਾ ਤੁਸੀਂ ਗੱਲ ਕੀਤੀ ਆ, ਮੈਨੂੰ ਸਮਝ ਨਹੀਂ ਆ ਰਹੀ, ਪਿਛਲੀ ਵਾਰ ਵੀ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੁਲਾਇਆ ਗਿਆ ਸੀ ਉਦੋਂ ਵੀ ਅਕਾਲੀ ਦਲ ਨੇ ਲਗਾਤਾਰ ਇਹ ਕਿਹਾ ਵੀ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ, ਸਾਨੂੰ ਕੁਝ ਪਤਾ ਨਹੀਂ ਹੈ ਔਰ ਅਖੀਰਲੇ ਦਿਨ ਜਾ ਕੇ ਕਹਿਤਾ ਜੀ ਨਹੀਂ ਸਾਡੀ ਤੇ ਇੱਕ ਤਰੀਕ ਹੋਰ ਕਿਤੇ ਆ। ਸੋ ਇਹ ਤੇ ਐਵੇਂ ਖਾਮ ਮਤਲਬ ਗੈਰ ਜ਼ਿੰਮੇਵਾਰੀਆਂ ਵਾਲੀਆਂ ਮੈਨੂੰ ਲੱਗਦਾ। ਖੰਗ ਸਾਹਿਬ ਤੁਸੀਂ ਕਨਫਰਮ ਕਰ ਰਹੇ ਹੋ ਇਸ ਗੱਲ ਨੂੰ ਕਿ ਅੱਜ ਪੁੱਛਗਿੱਛ ਹੋ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ? ਬਿਲਕੁਲ, ਦੇਖੋ ਕਨਫਰਮ SIT ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਜੀ। ਪੰਜਾਬ ਦੇ ਲੋਕਾਂ ਨੂੰ ਮਾਨ ਸਾਹਿਬ ਦੀ ਸਰਕਾਰ ਦਾ ਵਾਅਦਾ ਹੈ ਔਰ ਉਹਦੇ ਚ ਜੋ ਲੋੜਵੰਦ ਲੋਕ ਹੈ, ਚਾਹੇ ਉਹ ਬਾਦਲ ਸਾਹਿਬ ਹੈ ਚਾਹੇ ਕੋਈ ਹੋਰ ਹੈ, ਸਾਰਿਆਂ ਨਾਲ ਲਗਾਤਾਰ ਜਿਹੜੀ ਪੁੱਛਗਿੱਛ ਚੱਲ ਰਹੀ ਹੈ। ਅੱਜ ਵੱਡੇ ਬਾਦਲ ਸਾਹਿਬ ਨੂੰ ਉਸ ਲੜੀ ਚ ਜਿਹੜਾ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਕੰਗ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕਨਫਰਮ ਕਰ ਰਹੇ ਨੇ ਇਸ ਗੱਲ ਨੂੰ ਕਿ ਅੱਜ ਪੁੱਛਗਿੱਛ ਹੋ ਰਹੀ ਹੈ ਔਰ ਪੁੱਛਗਿੱਛ ਹੋਵੇਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਸਾਬਕਾ ਮੁੱਖ ਮੰਤਰੀ ਦੇ ਨਾਲ ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ। ਇਹ ਹੁਣ ਕਨਫਰਮ ਹੋ ਚੁੱਕਾ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਪੰਕਜ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਉਸ ਤੇ ਮੋਹਰ ਲਾਈ ਹੈ ਖੁਦ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਹੋਰਾਂ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਰਕਾਰ ਦੇ ਵੱਲੋਂ
ਇਹ ਮੰਨਿਆ ਜਾਵੇ ਕਨਫਰਮੇਸ਼ਨ ਇਸ ਗੱਲ ਦੀ ਹੈਗੀ ਇਸ ਵੇਲੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸੀਨੀਅਰ ਬਾਦਲ ਦੇ ਨਾਲ ਪੁੱਛਗਿੱਛ ਕਰੇਗੀ ਐਸਆਈਟੀ। ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ 11 ਵਜੇ ਸਵਾਲ ਜਵਾਬ ਦਾ ਇਹ ਸਿਲਸਿਲਾ ਸ਼ੁਰੂ ਹੋਣ ਵਾਲਾ ਹੈ। ਤਕਰੀਬਨ 47 ਮਿੰਟਾਂ ਬਾਅਦ ਜਿਹੜਾ ਹੈਗਾ ਸਵਾਲ ਜਵਾਬ ਸ਼ੁਰੂ ਹੋਣਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਰਿਹਾਇਸ਼ ਤੇ ਚੰਡੀਗੜ੍ਹ ਦੇ ਵਿੱਚ। ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੁਮਾਰ ਵਿਸ਼ਵਾਸ ਅਤੇ ਤਜਿੰਦਰ ਬੱਗਾ ਦੇ ਖਿਲਾਫ ਐਫਆਈਆਰ ਰੱਦ ਹੋ ਗਈ ਹੈ। ਜੀ ਹਾਂ, ਹਾਈ ਕੋਰਟ ਨੇ ਐਫਆਈਆਰ ਰੱਦ ਕਰ ਦਿੱਤੀ ਹੈ। ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੋਵਾਂ ਨੂੰ ਵੱਡੀ ਰਾਹਤ ਜਿਹੜਾ ਹੈਗਾ ਉਹ ਦਿੱਤੀ ਗਈ ਹੈ। ਦੋਵਾਂ ਦੇ ਖਿਲਾਫ ਐਫਆਈਆਰ ਰੱਦ ਕੀਤੀ ਗਈ ਹੈ। ਹਾਈ ਕੋਰਟ ਨੇ ਦੋਹਾਂ ਨੂੰ ਇਹ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੂੰ ਝਟਕਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਟਿੱਪਣੀਆਂ ਨੂੰ ਲੈ ਕੇ ਐਫਆਈਆਰ ਦਰਜ ਹੋਈ ਸੀ। ਦੋਹਾਂ ਨੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਸੀ ਔਰ ਹਾਈ ਕੋਰਟ ਨੇ ਦੋਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੋਵਾਂ ਨੂੰ ਜਿਹੜਾ ਹੈਗਾ ਵੱਡੀ ਰਾਹਤ ਹਾਈ ਕੋਰਟ ਦੇ ਵੱਲੋਂ ਦੋਹਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਸੀਗੇ ਉਹ ਰੱਦ ਕਰ ਦਿੱਤੇ ਗਏ ਨੇ। ਐਫਆਈਆਰ ਰੱਦ ਕਰਨ ਦੇ ਲਈ ਦੋਹਾਂ ਨੇ ਅਪੀਲ ਕੀਤੀ ਸੀ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਤੇ ਹੁਣ ਅੱਜ ਉਸ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੋਹਾਂ ਨੂੰ ਵੱਡੀ ਰਾਹਤ ਹਾਈ ਕੋਰਟ ਦੇ ਵੱਲੋਂ ਔਰ ਸਭ ਤੋਂ ਵੱਡਾ ਝਟਕਾ ਪੰਜਾਬ ਸਰਕਾਰ ਦੇ ਲਈ। ਔਰ ਲਗਾਤਾਰ ਇਹ ਮਾਮਲਾ ਜਿਹੜਾ ਹੈਗਾ ਸੁਰਖੀਆਂ ਦੇ ਵਿੱਚ ਰਿਹਾ ਸੀਗਾ। ਜਿਸ ਤਰੀਕੇ ਪੂਰੀ ਕਾਰਵਾਈ ਹੋਈ ਹੈ, ਜਿਸ ਤਰੀਕੇ ਪੂਰਾ ਰਿਪੋਰਟ ਦਰਜ ਹੋਈ ਸੀਗੀ, ਐਫਆਈਆਰ ਦਰਜ ਹੋਈ ਸੀਗੀ, ਅਲਕਾ ਲਾਂਬਾ ਦੇ ਖਿਲਾਫ ਹੋਵੇ ਜਾਂ ਕੁਮਾਰ ਵਿਸ਼ਵਾਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਤਜਿੰਦਰ ਬੱਗਾ ਦੀ ਗੱਲ ਕੀਤੀ ਜਾਵੇ, ਕਈ ਆਗੂ ਅਜਿਹੇ ਸੀਗੇ ਜਿਹੜੇ ਸਵਾਲਾਂ ਦੇ ਘੇਰੇ ਵਿੱਚ ਸੀਗੇ ਉਸ ਵੇਲੇ। ਪਰ ਅੱਜ ਜਿਸ ਤਰੀਕੇ ਹਾਈ ਕੋਰਟ ਦਾ ਫੈਸਲਾ ਹੈ, ਜਾਣਕਾਰੀ ਲੈਣ ਨੇ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਮੇਰੇ ਨਾਲ ਫੋਨ ਲਾਈਨ ਤੇ ਇਸ ਵੇਲੇ ਜੁੜ ਰਹੇ ਨੇ। ਉਮੇਸ਼, ਕੀ ਕੁਝ ਹੋਇਆ ਹਾਈ ਕੋਰਟ ਦੇ ਵਿੱਚ? ਦੇਖੋ ਗਗਨ, ਸਿਰਫ ਫੈਸਲਾ ਆਉਂਦਾ ਹੈ ਹਾਈ ਕੋਰਟ ਵਿੱਚ। ਜਦੋਂ ਕੋਈ ਫੈਸਲਾ ਰਿਜ਼ਰਵ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਸਿਰਫ ਫੈਸਲਾ ਆਉਂਦਾ ਹੈ ਕਿ ਅਲਾਉ ਜਾਂ ਡਿਸਮਿਸ, ਜਿੱਦਾਂ ਆਪਾਂ ਕਈ ਮਾਮਲਿਆਂ 'ਚ ਪਹਿਲਾਂ ਵੀ ਦੇਖਿਆ। ਜਿਹੜਾ ਡਿਟੇਲ ਆਰਡਰ ਹੈ ਉਹ ਬਾਅਦ 'ਚ ਆਉਂਦਾ ਵੀ ਆਖਿਰ ਕੋਰਟ ਨੂੰ ਕਿਉਂ ਲੱਗਿਆ ਕਿ ਐਫਆਈਆਰਾਂ ਰੱਦ ਕੀਤੀ ਜਾਣੀ ਚਾਹੀਦੀਆਂ ਨੇ, ਕਿਉਂ ਕੋਰਟ ਨੂੰ ਦਲੀਲਾਂ 'ਚ ਕਿੰਨਾ ਦਮ ਲੱਗਿਆ। ਜਿਸ ਹਿਸਾਬ ਨਾਲ ਖਾਸ ਕਰ ਤਜਿੰਦਰ ਬੱਗਾ ਦਾ ਮਾਮਲਾ ਕਿਉਂਕਿ ਕਾਫੀ ਹਾਈ ਪ੍ਰੋਫਾਈਲ ਰਿਹਾ, ਕਿਸ ਹਿਸਾਬ ਨਾਲ ਪੰਜਾਬ ਦੀ ਪੁਲਿਸ, ਦਿੱਲੀ ਦੀ ਪੁਲਿਸ ਔਰ ਹਰਿਆਣੇ ਦੀ ਪੁਲਿਸ, ਤਿੰਨ ਸਟੇਟਾਂ ਦੀ ਪੁਲਿਸ ਇਸ ਮਾਮਲੇ ਵਿੱਚ। ਜੀ ਬਿਲਕੁਲ ਉਮੇਸ਼, ਹਾਈ ਕੋਰਟ ਨੇ ਜਿਹੜਾ ਹੈਗਾ ਅਲਾਉਡ ਜਾਂ ਡਿਸਮਿਸ ਉਸ ਚੋਂ ਇੱਕ ਵਰਡ ਚੂਜ਼ ਕਰਨਾ ਹੁੰਦਾ ਔਰ ਇਸ ਮਾਮਲੇ ਵਿੱਚ ਜਿਹੜਾ ਹੈਗਾ ਖਾਰਿਜ ਕਰ ਦਿੱਤੀ ਗਈ ਹੈ ਦੋਵਾਂ ਦੇ ਖਿਲਾਫ ਐਫਆਈਆਰ। ਤਜਿੰਦਰਪਾਲ ਬੱਗਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਆਗੂ। ਬੱਗਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਅੱਜ ਵੱਡੀ ਰਾਹਤ ਤੁਹਾਨੂੰ ਹਾਈ ਕੋਰਟ ਦੇ ਵੱਲੋਂ ਜਿਹੜੀ ਤੁਸੀਂ ਮੰਗ ਕੀਤੀ ਸੀ, ਜਿਹੜੀ ਐਫਆਈਆਰ ਰੱਦ ਕੀਤੀ ਜਾਵੇ, ਉਹ ਹਾਈ ਕੋਰਟ ਦਾ ਪ੍ਰਾਇਮਰੀ ਡਿਸੀਜਨ ਜਿਹੜਾ ਹੈਗਾ ਆ ਗਿਆ, ਰੱਦ ਕਰ ਦਿੱਤੀ ਗਈ ਹੈ। ਪਹਿਲਾ ਰਿਐਕਸ਼ਨ ਤੁਹਾਡਾ? ਸਤਿਮੇਵ ਜਯਤੇ। ਕੇਜਰੀਵਾਲ ਨੇ ਜਦ ਪੰਜਾਬ ਦੇ ਸਰਕਾਰ ਬਣਾਈ ਜੀ ਤਾਂ ਉਹਨੇ ਸੋਚਿਆ ਹੁਣ ਮੇਰੇ ਕੋਲ ਪੁਲਿਸ ਆ ਗਈ, ਹੁਣ ਮੈਂ ਕਿਸੇ ਵੀ ਤਰੀਕੇ ਨਾਲ ਨਾਜਾਇਜ਼ ਪੁਲਿਸ ਦਾ ਇਸਤੇਮਾਲ ਕਰ ਸਕਦਾ ਹਾਂ। ਔਰ ਜਿਸ ਤਰੀਕੇ ਨਾਲ ਮੇਰੇ ਖਿਲਾਫ, ਕੁਮਾਰ ਵਿਸ਼ਵਾਸ ਜੀ ਦੇ ਖਿਲਾਫ, ਹੋਰ ਲੋਕਾਂ ਦੇ ਖਿਲਾਫ ਇੱਕ ਨਾਜਾਇਜ਼ ਐਫਆਈਆਰ ਉਹਨੇ ਆਪਣੀ ਪਾਵਰ ਦਾ ਉਪਯੋਗ ਕਰਨ ਲਈ, ਦੁਰਉਪਯੋਗ ਕਰਨ ਲਈ ਕੀਤਾ ਜੀ। ਤੇ ਅੱਜ ਹਾਈ ਕੋਰਟ ਨੇ ਇਹ ਦੱਸ ਦਿੱਤਾ ਹੈ ਕਿ ਕੇਜਰੀਵਾਲ ਅਗਰ ਤੁਸੀਂ ਨਾਜਾਇਜ਼ ਤਰੀਕੇ ਨਾਲ ਕੰਮ ਕਰੋਗੇ ਤਾਂ ਦੇਸ਼ ਵਿੱਚ ਕਾਨੂੰਨ ਬਾਕੀ ਹੈਗਾ ਔਰ ਇਹ ਕੇਜਰੀਵਾਲ ਦੇ ਮੂੰਹ ਤੇ ਕਰਾਰਾ ਤਮਾਸ਼ਾ ਹੈ। वर्तमान में एक मैसेज है कि वो अपनी सरकार चलाए, दिल्ली तो बैठे केजरीवाल तो आदेश लेके, राघव चड्ढा तो आदेश लेके सरकार ना। जिस तरीके की कार्रवाई ਬੱਗਾ ਸਾਹਿਬ ਤੁਹਾਡੇ ਨਾਲ ਹੋਈ ਸੀਗੀ, ਜਿਸ ਤਰੀਕੇ ਪੁਲਿਸ ਪਹੁੰਚੀ, ਤੁਹਾਨੂੰ ਲੈ ਕੇ ਆਈ, ਫਿਰ ਰਸਤੇ 'ਚ ਉਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਪੂਰੇ ਪੰਜਾਬ ਨੇ ਦੇਖਿਆ, ਪੂਰੇ ਦੇਸ਼ ਨੇ ਦੇਖਿਆ, ਅੱਜ ਉਸ ਤੇ ਕੁਝ ਰਿਐਕਟ ਕਰਨਾ ਚਾਹੋਗੇ ਹਾਈ ਕੋਰਟ ਦੇ ਇਸ ਆਰਡਰ ਤੋਂ ਬਾਅਦ? देखो ऐसा है, सत्यमेव जयते में कह देता, सच की जीत हुई है, झूठ की हार हुई है। झूठ जिन्होंने नाजायज करन दी काम किया उन्होंने मुंह काले हो गए ने अज। ते मैनू लगता है जिन्होंने नाजायज एफआईआर कराई उन्होंने आके जवाब देना चाहिए। असं तो पिछले 4 महीने तो जवाब, 6 महीने तो जवाब तो रोज दे रहे थे, लेकिन अज उन्होंने आके करना चाहिए और जवाब देना चाहिए है कि उन्होंने जो नाजायज एफआईआर की और उसका नुकसान सब तो ज्यादा पंजाब में होया। दिल्ली ਦੇ 50 ਪੁਲਿਸ ਵਾਲੇ ਬੈਠੇ ਸੀ, ਮੁਹੱਲੇ ਦੇ ਬਲਾਸਟ ਹੋ ਗਿਆ। ਅਗਲੇ ਦਿਨ ਤੁਹਾਨੂੰ ਧਿਆਨ ਹੋਵੇਗਾ ਜਿਸ ਦਿਨ ਮੈਨੂੰ ਅਰੈਸਟ ਵਾਲੀ ਇਨਸੀਡੈਂਟ ਹੋਇਆ, ਦੂਜੇ ਤੀਜੇ ਦਿਨ ਉਹਦੇ ਮੁਹੱਲੇ 'ਚ ਬਲਾਸਟ ਹੋਇਆ ਔਰ ਦਿੱਲੀ 'ਚ 50 60 ਪੁਲਿਸ ਵਾਲੇ ਬੈਠੇ ਹੋਏ ਸੀ। ਕੁਝ ਦਿਨ ਬਾਅਦ ਉੱਥੇ ਸਿੱਧੂ ਮੂਸੇਵਾਲੇ ਦੀ ਹੱਤਿਆ ਹੋ ਗਈ। ਪੰਜਾਬ ਦੇ 'ਚ ਕਈ ਖਿਲਾੜੀ ਮਾਰੇ ਗਏ ਤੇ ਮੈਨੂੰ ਲੱਗਦਾ ਹੈ ਲਾਅ ਐਂਡ ਆਰਡਰ ਪੰਜਾਬ ਦਾ ਧਿਆਨ ਦੇਣਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਬਦਲੇ ਦੀ ਭਾਵਨਾ ਨੂੰ ਛੋੜ ਕੇ ਅਗਰ ਕੇਜਰੀਵਾਲ ਸੋਚਦੇ ਕਿ ਹੁਣ ਮੇਰੇ ਕੋਲ ਸੱਤਾ ਦਾ ਆ ਗਿਆ, ਪੂਰੀ ਸੱਤਾ ਆ ਗਈ ਹੈ, ਮੇਰੇ ਕੋਲ ਪੁਲਿਸ ਆ ਗਈ ਤਾਂ ਮੈਂ ਦੁਰਉਪਯੋਗ ਕਰ ਸਕਦਾ, ਐਦਾਂ ਨਹੀਂ ਕਰਨਾ।
ਤੇਜਿੰਦਰਪਾਲ ਬੱਗਾ ਉਸ ਦਿਨ ਵੀ ਇੱਕੋ ਗੱਲ ਕਹਿ ਰਹੇ ਸੀਗੇ ਜਦੋਂ ਇਹ ਸਾਰਾ ਪ੍ਰੋਸੈਸ ਹੋਇਆ, ਇਸ ਤੋਂ ਪਹਿਲਾਂ ਵੀ ਲਗਾਤਾਰ ਤੁਸੀਂ ਕਹਿੰਦੇ ਰਹੇ ਹੋ ਕਿ ਜਿਸ ਮਸਲੇ ਤੇ ਮੈਂ ਸਟੈਂਡ ਲੈ ਰਿਹਾ ਉਸ ਮਸਲੇ ਤੇ ਮੈਂ ਲਗਾਤਾਰ ਖੜਾ ਰਵਾਂਗਾ। ਪੰਥ ਦੀ ਗੱਲ ਹੈ, ਗ੍ਰੰਥ ਦੀ ਗੱਲ ਹੈ, ਉਸ ਤੇ ਮੈਂ ਲਗਾਤਾਰ ਡਟਿਆ ਰਵਾਂਗਾ ਔਰ ਆਪਣਾ ਮੁਹਿੰਮ ਜਿਹੜੀ ਹੈਗੀ ਉਹ ਛੱਡਾਂਗਾ ਨਹੀਂ। ਅੱਜ ਤੇਜਿੰਦਰ ਬੱਗਾ ਕੀ ਕਹਿਣਾ ਚਾਹ ਰਹੇ ਨੇ? ਅੱਜ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦੇਖੋ ਮੈਂ ਕੀ ਕਰਨਾ ਸੀ, ਮੇਰੇ ਤੇ ਉਹਨਾਂ ਨੇ ਪੁਲਿਸ ਵਾਲੇ ਨੇ ਜਦ ਮੈਨੂੰ ਫੜਿਆ ਤੇ ਮੈਨੂੰ ਗੱਡੀ 'ਚ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੇ ਬਾਰੇ ਤੁਸੀਂ ਨਾ ਬੋਲੋ। ਮੈਂ ਕਿਹਾ ਅਰਵਿੰਦ ਕੇਜਰੀਵਾਲ ਖੁਦ ਇਹ ਹਰ ਭਾਸ਼ਣ ਦੇ ਵਿੱਚ ਕਹਿੰਦਾ ਸੀ ਕਿ 24 ਘੰਟੇ ਦੇ ਅੰਦਰ ਮੈਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਾਂਗਾ। ਅੱਜ ਅਗਰ ਮਹੀਨਾ ਹੋ ਗਿਆ, ਮਹੀਨੇ ਤੋਂ ਬਾਅਦ ਤੁਸੀਂ ਨਹੀਂ ਭੇਜ ਰਹੇ, ਉੱਤੇ ਟਾਈਮ ਹੋ ਗਿਆ, ਮੈਂ ਉਸਦੀ ਦੀ ਗੱਲ ਕਰ ਰਿਹਾ। ਮੈਂ ਉਹਨਾਂ ਨੂੰ ਕਿਹਾ ਮੈਂ ਅੱਜ ਮਹੀਨਾ ਹੋ ਗਿਆ, ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਉਹਨਾਂ ਨੂੰ ਤੁਸੀਂ ਜੇਲ੍ਹ ਵਿੱਚ ਨਹੀਂ ਭੇਜਿਆ। ਤੁਸੀਂ ਹਰ ਉਹਦੇ ਸਭਾ ਦੇ ਵਿੱਚ ਉਹ ਕਾਗਜ਼ ਲੈ ਕੇ ਕਹਿੰਦੇ ਸੀ ਦੇਖੋ ਸਾਡੇ ਕੋਲ ਰਿਪੋਰਟ ਹੈਗੀ ਹੈ, 24 ਘੰਟੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਣ ਲੱਗਣਗੇ। ਤੁਸੀਂ ਕਹਿੰਦੇ ਸੀ ਮੈਂ 1 ਮਹੀਨੇ ਦੇ ਅੰਦਰ ਪੰਜਾਬ ਦਾ ਪੂਰਾ ਡਰੱਗ ਖਤਮ ਕਰ ਦਾਂਗਾ। ਅੱਜ ਤੁਸੀਂ ਕਿਉਂ ਨਹੀਂ, ਕਿੰਨੇ ਡੀਲਰ ਫੜੇ, ਲੇਕਿਨ ਤੁਸੀਂ ਉਹ ਡੀਲਰਾਂ ਨੂੰ ਜਦ ਕੁਐਸਚਨ ਕਰਨ ਵਾਲਿਆਂ ਨੂੰ ਫੜਨਾ ਚਾਲੂ ਕਰ ਦਿੱਤਾ, ਉਹਨਾਂ ਨੂੰ ਤਾਂ ਇੱਕ ਵੀ ਨਹੀਂ ਫੜਿਆ। ਤੁਸੀਂ ਦੱਸੋ ਮੈਨੂੰ ਇੱਕ ਵੀ ਵਿਅਕਤੀ ਉਹ ਫੜਿਆ ਗਿਆ ਹੋਇਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੋਏ, ਜਾਂ ਇੱਕ ਵੀ ਵਿਅਕਤੀ ਉਹ ਫੜਿਆ ਹੋਇਆ ਜਿਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਏ। ਤੇ ਮੈਨੂੰ ਪੁਲਿਸ ਵਾਲਿਆਂ ਨੇ ਬੋਲਿਆ ਤੁਹਾਡੇ ਵੀ ਪੁਰਾਣੇ ਸਾਥੀ ਹੋ ਸਕਦੇ ਨੇ, ਸ਼ਾਇਦ ਉਹਨਾਂ ਦਾ ਇਸ਼ਾਰਾ ਅਕਾਲੀਆਂ ਵੱਲ ਸੀ। ਮੈਂ ਕਿਹਾ ਕੋਈ ਵੀ ਸਾਡੇ ਵਾਸਤੇ ਤੇ ਗੁਰੂ ਸਾਹਿਬ ਸਭ ਤੋਂ ਵੱਡਾ ਕੋਈ ਨਹੀਂ ਹੈ, ਅਸੀਂ ਤੇ ਕੁਐਸਚਨ ਚੁੱਕਾਂਗੇ। ਜਿੰਨਾ ਮਰਜ਼ੀ ਵੱਡਾ ਨੇਤਾ ਹੈ, ਕੋਈ ਮਰਜ਼ੀ ਪਾਰਟੀ ਦਾ ਹੈ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ। ਤੁਹਾਡੀ ਡੀਲ ਉਹਨਾਂ ਨਾਲ ਹੋਈ ਹੈ, ਸਾਡੀ ਡੀਲ ਥੋੜੀ ਹੋਈ ਹੈ। ਬੱਗਾ ਸਾਹਿਬ ਇੱਕ ਆਖਰੀ ਸਵਾਲ, ਹਾਲਾਂਕਿ ਅੱਜ ਦੀ ਸਿਚੁਏਸ਼ਨ ਜਿਹੜੀ ਹੈਗੀ ਤੁਹਾਨੂੰ ਵੱਡੀ ਰਾਹਤ ਹਾਈ ਕੋਰਟ ਵੱਲੋਂ ਮਿਲੀ ਹੈ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਅੱਜ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ SIT ਪੁੱਛਗਿੱਛ ਕਰਨ ਜਾ ਰਹੀ ਹੈ। ਜਿਹੜਾ ਉਸ ਵੇਲੇ ਪੂਰੇ ਹਾਲਾਤ ਬਣੇ ਸੀਗੇ ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ ਪਾਰਟਿਕੂਲਰ ਪੁੱਛਗਿੱਛ ਜਿਹੜਾ ਹੈਗਾ ਉਹਨਾਂ ਦੇ ਨਾਲ ਹੋਣ ਜਾ ਰਹੀ ਹੈ। ਰਿਐਕਟ ਕਰਨਾ ਚਾਹੋਗੇ ਉਸ ਤੇ? ਦੇਖੋ ਮੇਰਾ ਇਹ ਕਹਿਣਾ ਹੈ ਪੁੱਛਗਿੱਛ ਵਿੱਚ ਕਿਸੇ ਨਾਲ ਵੀ ਕੋਈ ਖਰਾਬੀ ਨਹੀਂ ਹੈਗੀ, ਲੇਕਿਨ ਕਿਸੇ ਨਾਲ ਕੋਈ ਨਜਾਇਜ਼ ਨਹੀਂ ਹੋਣੀ ਚਾਹੀਦੀ। ਮੈਨੂੰ ਵੀ ਜਦ ਨੇ ਨੋਟਿਸ ਭੇਜਿਆ ਪੁੱਛਗਿੱਛ ਵਾਸਤੇ ਥੋੜੀ ਮਨਾ ਕੀਤਾ ਸੀ। ਮੈਂ ਕਿਹਾ ਸੀ ਮੈਂ ਹਰ ਪੁੱਛਤਾਛ ਦਾ ਜਵਾਬ ਦਿੱਤਾ। ਅਗਰ ਉਹਨਾਂ ਨੇ ਮੈਨੂੰ 5 ਨੋਟਿਸ ਦਿੱਤੇ ਤੇ ਮੈਂ 5 ਨੋਟਿਸ ਦਾ ਜਵਾਬ ਦਿੱਤਾ, ਲੇਕਿਨ ਕਿਸੇ ਦੇ ਨਾਲ ਗਲਤ ਇਹ ਦੁਰਉਪਯੋਗ ਕਰਕੇ ਕਿ ਮੈਂ ਸੱਤਾ ਵਿੱਚ ਆ ਗਿਆ ਵਾ, ਉਦੋਂ ਦੁਰਉਪਯੋਗ ਨਹੀਂ ਹੋਣਾ ਚਾਹੀਦਾ। ਇਮਾਨਦਾਰੀ ਨਾਲ ਜਾਂਚ ਹੋਣੀ ਚਾਹੀਦੀ ਹੈ। ਵੱਡੇ ਤੋਂ ਵੱਡਾ ਨੇਤਾ ਹੈ, ਕੋਈ ਉਹਦੀ ਦਿੱਕਤ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਤੇਜਿੰਦਰਪਾਲ ਬੱਗਾ ਜੀ ਸਾਡੇ ਨਾਲ ਗੱਲ ਕਰਨ ਦੇ ਲਈ। ਤੇਜਿੰਦਰਪਾਲ ਬੱਗਾ BJP ਆਗੂ ਸਾਡੇ ਨਾਲ ਗੱਲ ਕਰ ਰਹੇ ਸੀਗੇ। ਸੱਤੇਮੇਵ ਜਯਤੇ, ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਔਰ ਸੱਚ ਦੀ ਜਿੱਤ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਹੋਈ ਹੈ। ਹਾਈ ਕੋਰਟ ਨੇ ਦੋਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਿਹੜੇ ਐਲੀਗੇਸ਼ਨ ਲੱਗੇ ਸੀਗੇ, ਜਿਹੜੇ ਇਲਜ਼ਾਮ ਲੱਗੇ ਸੀਗੇ, ਜਿਹੜੇ FIR ਦਰਜ ਹੋਈ ਸੀਗੀ, ਦੋਹਾਂ ਦੇ ਜਿਹੜਾ ਹੈਗਾ ਪਰਚੇ ਦੋਹਾਂ ਦੇ ਉੱਤੇ ਜਿਹੜੇ ਦਰਜ ਕੀਤੇ ਗਏ ਸੀ, ਡਾਕਟਰ ਕੁਮਾਰ ਵਿਸ਼ਵਾਸ ਤੇ ਤੇਜਿੰਦਰਪਾਲ ਬੱਗਾ ਦੇ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਗਏ ਸੀ, ਅੱਜ ਹਾਈ ਕੋਰਟ ਨੇ ਉਸ ਨੂੰ ਰੱਦ ਕਰਤਾ ਹੈ। ਡਿਟੇਲਡ ਆਰਡਰ ਆਣਾ ਹਾਲਾਂਕਿ ਬਾਕੀ ਆ। ਉਮੇਸ਼ ਜਿਵੇਂ ਦੱਸ ਰਹੇ ਸੀਗੇ ਮੇਰੇ ਸਹਿਯੋਗੀ, ਡਿਟੇਲਡ ਆਰਡਰ ਜਿਹੜੇ ਹੈਗੇ ਉਹ ਹਜੇ ਆਣਗੇ। ਹਾਈ ਕੋਰਟ ਨੇ ਕਿਉਂ ਇਹ ਡਿਸੀਜਨ ਲਿਆ, ਕਿਉਂ ਹਾਈ ਕੋਰਟ ਨੂੰ ਲੱਗਿਆ ਕਿ FIR ਜਿਹੜੀ ਹੈਗੀ ਉਹ ਰੱਦ ਕੀਤੀ ਜਾਣੀ ਚਾਹੀਦੀ ਹੈ, ਕਿੱਥੇ ਲੂਪਹੋਲ ਸੀਗਾ, ਕਿੱਥੇ ਖਾਮੀਆਂ ਸੀਗੀਆਂ, ਡਿਟੇਲ ਵੀ ਜਿਹੜਾ ਹੈਗਾ ਉਸ ਦੀ ਸਾਹਮਣੇ ਆਵੇਗੀ ਜਦੋਂ ਪੂਰਾ ਦਾ ਪੂਰਾ ਫੈਸਲਾ ਜਿਹੜਾ ਹੈਗਾ ਉਹ ਸਾਹਮਣੇ ਆਵੇਗਾ। ਪਰ ਇਨੀਸ਼ੀਅਲੀ ਇਸ ਵੇਲੇ ਸਭ ਤੋਂ ਵੱਡੀ ਰਾਹਤ ਡਾਕਟਰ ਕੁਮਾਰ ਵਿਸ਼ਵਾਸ ਤੇ ਤੇਜਿੰਦਰਪਾਲ ਬੱਗਾ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਦੋਹਾਂ ਦੇ ਖਿਲਾਫ ਦਰਜ ਜਿਹੜੇ ਪਰਚੇ ਸੀਗੇ, FIR ਜਿਹੜੀ ਸੀਗੀ ਉਹ ਰੱਦ ਕਰ ਦਿੱਤੀ ਜਾਵੇ। ਸੋ ਵੱਡੀ ਰਾਹਤ ਦੋਹਾਂ ਨੂੰ ਔਰ ਪੰਜਾਬ ਸਰਕਾਰ ਦੇ ਲਈ ਵੱਡਾ ਝਟਕਾ, ਕਿਉਂਕਿ ਦੋਹਾਂ ਦੇ ਖਿਲਾਫ ਮਾਮਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਦਰਜ ਹੋਇਆ ਸੀਗਾ, FIR ਦਰਜ ਹੋਈ ਸੀ। ਸੋ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਪੂਰੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕੀਤੀ ਗਈ ਸੀ ਉਸ ਵੇਲੇ, ਉਸ ਨੂੰ ਲੈ ਕੇ ਕੁਐਸਚਨ। ਸੋ ਕੁਮਾਰ ਵਿਸ਼ਵਾਸ, ਡਾਕਟਰ ਕੁਮਾਰ ਵਿਸ਼ਵਾਸ ਤੇ ਤੇਜਿੰਦਰਪਾਲ ਬੱਗਾ ਦੋਹਾਂ ਨੂੰ ਅੱਜ ਵੱਡੀ ਰਾਹਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ। ਔਰ ਇਸ ਸਭ ਦੇ ਵਿਚਾਲੇ ਝਟਕਾ ਜਿਹੜਾ ਹੈਗਾ ਇਸ ਨੂੰ ਮੰਨਿਆ ਜਾ ਰਿਹਾ ਪੰਜਾਬ ਸਰਕਾਰ ਦੇ ਲਈ, ਕਿਉਂਕਿ ਐਕਸ਼ਨ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਲਿਆ ਸੀਗਾ। ਔਰ ਤੇਜਿੰਦਰਪਾਲ ਬੱਗਾ ਜਿਸ ਤਰੀਕੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਕੁਝ ਦੇਰ ਪਹਿਲਾਂ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਜਿਹੜਾ ਹੈਗਾ ਇਹ ਸੱਚ ਦੀ ਜਿੱਤ ਹੋਈ ਹੈ। ਸਰਕਾਰ ਦੇ ਲਈ ਜਿਹੜਾ ਹੈਗਾ ਇਹ ਝਟਕਾ ਹੈਗਾ ਹੀ ਹੈ ਸਿੱਧੇ ਤੌਰ ਤੇ, ਔਰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਚਲਾਉਣੀ ਚਾਹੀਦੀ ਹੈ, ਦਿੱਲੀ ਦੇ ਇਸ਼ਾਰੇ ਤੇ ਨਾ ਚਲੇ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਇੱਕ ਵਾਰ ਫਿਰ ਮੇਰੇ ਨਾਲ ਜੁੜ ਰਹੇ ਨੇ। ਉਮੇਸ਼, ਅਸੀਂ ਗੱਲ ਕਰ ਰਹੇ ਸੀ ਕਿ ਡਿਟੇਲਡ ਆਰਡਰ ਆਣਗੇ ਤਾਂ ਬਹੁਤ ਕੁਝ ਜਿਹੜਾ ਹੈਗਾ ਉਸ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ, ਡਿਟੇਲਸ ਦੇ ਵਿੱਚ ਪਤਾ ਲੱਗੇਗਾ ਕਿ ਕਿਉਂ ਇਹ ਡਿਸੀਜਨ ਜਿਹੜਾ ਹੈਗਾ ਹਾਈ ਕੋਰਟ ਨੇ ਦਿੱਤਾ ਹੈ। ਇਸ ਫੈਸਲੇ ਨੂੰ ਕਿਸ ਤਰੀਕੇ ਅਸੀਂ ਸਮਝੀਏ? ਗਗਨ, ਆਰਡਰ ਦੀ ਕਾਪੀ ਵੀ ਆ ਚੁੱਕੀ ਹੈ ਔਰ ਖਾਸਕਰ ਤੇਜਿੰਦਰ ਬੱਗੇ ਦੇ ਜੇ ਆਰਡਰ ਦੀ ਗੱਲ ਕਰੀਏ 8 ਪੇਜਾਂ ਦਾ ਆਰਡਰ ਹੈ ਔਰ ਕੋਰਟ ਨੇ ਲਾਈਨਾਂ ਲਿਖਤੀਆਂ, ਸਾਫ਼ ਲਿਖਿਆ ਕਿ ਜਿਹੜੇ ਤੇਜਿੰਦਰ ਬੱਗੇ ਦੇ ਟਵੀਟਸ ਹੈ ਉਹ ਪੰਜਾਬ ਵਿੱਚ ਆ ਕੇ ਉਹਨੇ ਟਵੀਟ ਜਾਂ ਪੋਸਟਾਂ ਨਹੀਂ ਕੀਤੀਆਂ। ਇਹਦਾ ਜੁਰਿਸਡਿਕਸ਼ਨ ਦਾ ਮਾਮਲਾ ਕਲੀਅਰ ਹੋ ਗਿਆ। ਦੂਜਾ, ਕੋਰਟ ਨੇ ਵੀ ਕਹਿਤਾ ਕਿ ਜਿਹੜੇ ਵੀ ਉਹ ਟਵੀਟਸ ਤੇ ਪੋਸਟਾਂ ਉਹਨਾਂ ਨੇ ਦੇਖੀਆਂ ਨੇ, ਕਿੱਥੇ ਵੀ ਕੋਈ ਮਤਲਬ ਕੋਈ ਭੜਕਾਊ ਇਦਾਂ ਦਾ ਨਹੀਂ ਸੀਗਾ। ਇੱਕ ਰਾਜਨੀਤਿਕ ਜਿਹੜੀ ਹੁੰਦੀ ਹੈ, ਜਿਹੜੇ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਇੱਕ ਦੂਜੇ ਦੇ ਖਿਲਾਫ ਜਿਹੜੀ ਭਾਸ਼ਾ ਵਰਤਦੇ ਨੇ, ਉਹਦਾ ਹੀ ਪਾਰਟ ਹੈ। ਇਹਦੇ ਨਾਲ ਕੋਈ ਉਨਮਾਦ ਨਹੀਂ ਫੈਲਦਾ, ਕੋਈ ਭੜਕਾਊ ਜਾਂ ਦੰਗੇ ਵਾਲੀ ਗੱਲ ਨਹੀਂ ਸੀਗੀ। ਔਰ ਇਹ ਵੀ ਲਿਖਿਆ ਕਿ ਪੰਜਾਬ ਦੀ
जुडिक्शन से आके वो ट्वीट नहीं किए गए, यानी कि साफ करता भी FIR ਇੱਥੇ ਕਰ ਲਈ ਲੇਕਿन ट्वीट ਦਿੱਲੀ ਬੈਠੇ ਕੀਤੇ ਹੋਏ ਨੇ। ਹਰੇਕ ਸਟੇਟ ਨੂੰ ਆਪਣਾ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਬਿਲਕੁਲ ਆਜ਼ਾਦੀ ਹੈ, ਲੇਕਿਨ ਇਹ ਵੀ ਨਹੀਂ ਹੈ ਕਿਸੇ ਸਟੇਟ 'ਚ ਟਵੀਟ ਕਿੱਥੇ ਹੋਣ ਔਰ FIR ਦੂਜੇ ਸਟੇਟ 'ਚ ਤੁਸੀਂ ਕਰ ਲਓ। ਔਰ ਕੋਰਟ ਨੇ ਸਾਫ਼ ਕੀਤਾ ਕਿ ਟਵੀਟਸ ਤੇ ਪੋਸਟ ਅਸੀਂ ਦੇਖੇ ਆ, ਉਹਦੇ ਵਿੱਚ ਕਿੱਥੇ ਵੀ ਨਹੀਂ ਇਹ ਲੱਗਦਾ ਨਹੀਂ ਕਿ ਕੋਈ ਇਹ ਭੜਕਾਊਗਾ। ਇਹ ਰਾਜਨੀਤੀ ਤੋਂ ਆਸ-ਪਾਸ ਜਿਹੜੇ ਲੋਕੀ ਹੁੰਦੇ ਨੇ ਇੱਕ ਦੂਜੇ ਦੇ ਖਿਲਾਫ ਟਵੀਟ ਤੇ ਪੋਸਟ ਕਰਦੇ ਨੇ, ਉਸ ਦੇ ਰਿਲੇਟਡ ਇਹ ਚੀਜ਼ ਹੋਈ ਵੀ ਹੈ। ਤਾਂ ਕਿਤੇ ਨਾ ਕਿਤੇ ਕਲੈਰਿਟੀ ਸਾਫ਼ ਕੀਤੀ ਕੋਰਟ ਨੇ ਕਿ ਤਜਿੰਦਰ ਬੱਗੇ ਨੂੰ ਇੱਕ ਰਾਹਤ ਜਿਹੜੀ ਦਿੱਤੀ ਹੈ ਉਹ ਇਸੇ ਬੇਸ ਤੇ ਦਿੱਤੀ ਹੈ। ਬਿਲਕੁਲ ਇਸੇ ਆਧਾਰ ਤੇ ਰਾਹਤ ਦਿੱਤੀ ਹੈ। ਉਮੇਸ਼ ਇਸ ਤਰੀਕੇ ਡਿਟੇਲ ਵਿੱਚ ਦੱਸ ਰਹੇ ਨੇ ਕਿ ਜਿਹੜੇ ਟਵੀਟ ਤਜਿੰਦਰਪਾਲ ਬੱਗਾ ਨੇ ਕੀਤੇ ਨੇ ਉਹ ਟਵੀਟ ਇੱਕ ਤਾਂ ਪਹਿਲੀ ਗੱਲ ਜੁਰਿਸਡਿਕਸ਼ਨ ਦਾ ਮੈਟਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਆ ਕੇ ਨਹੀਂ ਕੀਤੇ, ਲੋਕੇਸ਼ਨ ਵੱਖਰੀ ਹੈਗੀ, ਔਰ ਦੂਜਾ ਜਿਹੜੇ ਉਹ ਟਵੀਟ ਪੜ੍ਹੇ ਵੀ ਨੇ ਸਟੱਡੀ ਵੀ ਕਰਨ ਤੇ ਉਹ ਇਹ ਨਹੀਂ ਲੱਗਦਾ ਕਿ ਭੜਕਾਉਣ ਵਾਲੇ ਨੇ, ਇਸ ਦੇ ਨਾਲ ਲੋਕਾਂ ਦੇ ਵਿਚਾਲੇ ਜਿਹੜਾ ਹੈਗਾ ਉਨਮਾਦ ਫੈਲ ਸਕਦਾ, ਇਸ ਤਰੀਕੇ ਦੇ ਨਹੀਂ ਨੇ। ਪੋਲੀਟੀਕਲ ਸਟੇਟਮੈਂਟਸ ਨੇ, ਪੋਲੀਟੀਕਲ ਸਟੇਟਮੈਂਟਸ ਉਹਨੂੰ ਮੰਨਿਆ ਜਾ ਸਕਦਾ ਹੈ, ਪਰ ਉਹ ਇਸ ਤਰੀਕੇ ਦੇ ਸਿਨੈਰੀਓ ਨਹੀਂ ਹੈਗਾ ਕਿ ਉਸ ਨੂੰ ਭੜਕਾਊ ਮੰਨਿਆ ਜਾਵੇ। ਬਹੁਤ ਬਹੁਤ ਸ਼ੁਕਰੀਆ ਉਮੇਸ਼ ਇਸ तमाम ਜਾਣਕਾਰੀ ਦੇ ਲਈ। ਮਨਜਿੰਦਰ ਸਿਰਸਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ, ਬੀਜੇਪੀ ਆਗੂ ਫੋਨਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ। ਸਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਜਿੰਦਰਪਾਲ ਬੱਗਾ ਤੇ ਡਾਕਟਰ ਕੁਮਾਰ ਵਿਸ਼ਵਾਸ ਦੋਹਾਂ ਨੂੰ ਅੱਜ ਰਾਹਤ ਦਿੱਤੀ ਔਰ ਵੱਡੀ ਰਾਹਤ ਦਿੰਦਿਆਂ ਦੋਹਾਂ ਦੇ ਖਿਲਾਫ ਜਿਹੜੀ FIR ਸੀਗੀ ਦਰਜ ਸੀਗੀ ਪੰਜਾਬ ਸਰਕਾਰ ਦੇ ਵੱਲੋਂ ਉਹ ਰੱਦ ਕਰ ਦਿੱਤੀ ਗਈ ਹੈ। ਮਨਜਿੰਦਰ ਸਿੰਘ ਸਿਰਸਾ ਦਾ ਪਹਿਲਾ ਪ੍ਰਤੀਕ। देखो पहला तो मैं इस दे उत्ते कोर्ट का भी धन्यवाद करदा और बधाई भी दिंदा है क्योंकि ये इंस्टीट्यूशनस की जित आ, ये कोई इंडिविजुअल बंदे की जित नहीं हैगी जी। वड्डी गल यह कि देखो पंजाब च आपां देखदे आए हैं जिहड़ी भी सरकार आई उन्होंने ये गल कही है कि नजायज परचे दर्ज होंदे। पंजाब पुलिस नूं बड़े बुरे तरीके नाल मिसयूज किया जाता रहा बड़े सालों तो, लेकिन इसे बदलाव के नाम उत्ते अरविंद केजरीवाल जी नूं वोटां पाईआं सी लोगों ने, भगवंत मान जी नूं मुख मंत्री बनाया सी भी हुण ये बदलाव आऊगा। बजाय इस दे बदलाव आउंदा उन्होंने भी उही काम किया कि हाँ हाँ तू साडे खिलाफ बोलिया किवें, हुणे तैनूं असीं सबक सिखाउने आ। उस सोच दे चलदे मुकदमा दर्ज करा के तजिंदर बग्गे ते और कुमार विश्वास ते। पर हैरानगी की गल है कि कुमार विश्वास तो उन्होंने अपनी पार्टी का आदमी रहा सी और उन्होंने कोई पार्टी बदली भी नहीं, छड्ड के चले गया, लेकिन बदली तो नहीं उन्हें पार्टी कोई भी, तो अपने घर बैठ कि तुसीं अपने साथियां नूं सत्ता आउण ते जो पुराने वेलियां ते लोकी कहिंदे सी कि राज पिछे बंदा बंदे दे भरा दी छाती ते पैर रख के चल पैंदा है, ये तो वही सोच आ। लेकिन अरविंद केजरीवाल जी का चेहरा दिखाउण नूं कुछ होर आ ते सच्चाई कुछ होर आ। अज कोर्ट ने भी इस गल नूं साबित किया कि ये अधिकार नहीं तुहाडे कोल हैगा कि तुहाडे खिलाफ कोई बोलूगा तो तुसीं उहनूं जेलां 'च पा दिओगे। ये काम तो उही आ जो पहलियां सरकारां करदियां आईयां सीगीआं और इस तों पंजाब नूं बचाउण दी लोड़ सी, लेकिन उन्होंने भी आके बजाय बदलाउण दे उस रस्ते ते चलना ठीक समझिया। पर हुण मैं समझदा कि एक बहुत वड्डी जित डेमोक्रेसी की हुई है। सानू अधिकार है बोलण दा, मैं तुहाडे नाल हुण गल कर रहा, मैनूं अधिकार है भी अपनी गल कहण दा, इस तरह उन्हां नूं भी अपनी गल कहण दा अधिकार है। इस करके जे सानू इस अधिकार तो ही वंचित किया जाऊगा तो फिर इस देश के अंदर इनू डेमोक्रेसी नहीं कहा जा सकता, इनू तुगलकी फरमान कहा जा सकता। और अरविंद केजरीवाल जी ने वही रस्ता अडॉप्ट किया सी, पर हुण कोर्ट ने भी स्पष्ट कर दिता कि तुसीं अपनी एक जिन्हों कहते हैं हौमे हंकार की पूर्ति के वास्ते तुसीं लोगों को जेलों 'च पाउणा चाहुंदे सी, जिहड़ियां कि असीं बर्दाश्त नहीं करांगे और FIR रद्द कर दी। अज तो बड़ा स्पष्ट हो गया, जिहड़ी गल असीं उदन कह रहे सी सच सीगी। हुण अज पंजाब के लोगों ने तय करना कि तुसीं सत्ता जिन्होंने दित्ती सी वो कर की रहे ने, वो अपनियां दुश्मनियां कढ रहे ने या पंजाब नूं खुशहाल बना रहे ने। अज इसका जवाब भगवंत मान जी तो लोगों को जरूर उम्मीद है वो देणगे। बहुत बहुत शुक्रिया सिरसा साहब साडे नाल गल करन लई। मनजिंदर सिंह सिरसा साहब साडे नाल गल कर रहे थे और साफ तौर पर सवाल खड़ा किया उन्होंने कि जिहड़े बदलाव की गल जिहड़ी करदी सी सरकार वो बदलाव किते नजर नहीं आया और बदलाव जिहड़ा हैगा वो बदलाखोरी दे विच तब्दील होंदा नजर आया। और अज जिहड़ा हैगा जिहड़ा फैसला है उसने सरकार दे सामने भी सवाल खड़ा किया, पंजाब सरकार दे सामने सवाल खड़ा किया कि वो कर की रहे ने। ये लोगों को भी सवाल जिहड़ा हैगा वो पूछना चाहिए, पंजाब सरकार तो सवाल पूछना चाहिए। मनजिंदर सिंह सिरसा साहब साडे नाल गल कर रहे थे, बीजेपी आगू साफ तौर पर उन्होंने सवाल खड़े किए पंजाब सरकार के उत्ते और इस पूरी कार्रवाई नूं लैके जिस तरीके पंजाब सरकार की प्रक्रिया जिहड़ी रही है उस नूं लैके। और उन्होंने एक होर गल जिहड़ी अहम सीगी कि तजिंदर बग्गा समझ आंदा है तुसीं राजनीतिक विरोधी के खिलाफ जिहड़ा हैगा ये मामला दर्ज करा रहे हो, वो किते समझा जा सकता है कि राजनीतिक बदलाखोरी हो सकती है। डॉक्टर कुमार विश्वास थोड़े अपने साथी रहे ने, उन्होंने खिलाफ FIR दर्ज करवा देना, उन्होंने खिलाफ मामला दर्ज करा देना, ये किस तरीके समझा जाए अपने ही साथी किसी वेले अपने संघर्ष के साथियों के नाल जिहड़ा हैगा तुसीं इस तरीके का वतीरा करो तो फिर इसते सवाल जिहड़ा हैगा वो खड़े होंदे ने। और इस वेले डॉक्टर कुमार विश्वास साडे नाल फोन लाइन से जुड़ रहे हैं, उन्होंने नाल गल करने की कोशिश करते हैं। डॉक्टर विश्वास बहुत बहुत स्वागत है आपका। अक्सर ये कहा जाता है कि सत्य परेशान हो सकता है, पराजित नहीं हो सकता। आज पंजाब और हरियाणा
हाईकोर्ट ने आपको जो राहत दी, आपको तेजिंदर बग्गा दोनों को बड़ी राहत दी, दोनों की आपकी जो मांग थी कि आपके खिलाफ दर्ज एफआईआर रद्द की जाए वो कर दी, और हाईकोर्ट ने बड़ा स्पष्ट कर दिया कि क्यों एफआईआर रद्द की गई है, ये भी बता दिया गया। आपका पहले ही आपकी प्रतिक्रिया डॉक्टर विश्वास। देखिए, आपका बहुत आभारी हूँ और विशेष रूप से पंजाब की बहुत खुददार जनता का, न्यायपालिका का आभारी हूँ। बात ये नहीं है कि उसने एक बेबुनियाद मेरे ऊपर एफआईआर कराई सरकार बनते ही। बात यह है कि पंजाब के लोगों ने जो ये सत्ता सौंपी है, ये भगवंत मान की पगड़ी को सौंपी है। पंजाब ने एक जट को, एक सिख को, एक गुरु के बंदे को ये सरकार सौंपी है। पंजाब ने भगत सिंह की कसम खाने वाले एक बंदे को सरकार सौंपी है। पंजाब का 300 साल का झगड़ा क्या है? दिल्ली के किसी भी तानाशाह को पंजाब सहन नहीं करता है। पंजाब की मिट्टी में ये खुददारी है कि दिल्ली से अगर कोई अहंकारी आदमी पंजाब को अपने हिसाब से चलाना चाहे तो पंजाब उसे आंख दिखा देता है, उसकी औकात दिखा देता है। तो बात मेरी एफआईआर की तो चलो कोई सामान्य एफआईआर थी, कोर्ट ने क्रैश कर दी, उसका आभारी हूँ। अब पंजाब को तय करना पड़ेगा कि पंजाब दिल्ली से भेजे हुए चिंटुओं से चलेगा, जो ट्रांसफर करते हैं, जो पोस्टिंग करते हैं, जो चीफ मिनिस्टर की कोठी के बगल में एक जगह लेकर वहां से कमीशन सेट करके सारा काम करते हैं, ये पंजाब के लोगों को तय करना पड़ेगा। तो मेरी एफआईआर तो केवल एक चिंगारी है। इस जो ये रावण है, इसकी लंका में आग तो पंजाब के लोग ही लगाएंगे जिन्होंने सिर पर चढ़ाया था। उन्हें नहीं पता था कि ऐसे बौने आदमी के हाथों में उन्होंने दे दिए जो पिट्ठू बिठा के सरकार चलाएगा। दिल्ली से लड़के जा रहे हैं, मैंने तो पार्टी चलाई है, वो बच्चे मेरे परिचित है, जिसको देखो कहाँ जा रहा है, भैया पंजाब में काम मिल गया है, भैया पंजाब में ठेका मिल गया है, भैया पंजाब में 2 विधायक मेरे को दे दिए जिनको मुझे चलाना है। दिल्ली के बच्चे, गलियों के जो बच्चे हैं उनको पंजाब भेजे, पंजाब चलाएं। अब पंजाब दिल्ली से चलेगा? पंजाब में 300 साल में महान गुरुओं ने, हमारे सारे योद्धाओं ने, हमारे 10 के 10 महान गुरुओं ने, दशमेश पिता गुरु गोविंद सिंह जी ने, उनकी लड़ाई ही इस बात पे थी, इसी स्वाभिमान पर थी कि भाई आप हमारी पगड़ी पर हाथ मत डालो, हमारे स्वाभिमान पर हाथ मत डालो। तो इस एक क्रैशिंग ने ये बात भी पंजाब के अंदर पहुंचाई है। मुझे लगातार फोन मिले हैं, संदेश मिले हैं, मैं उनका आभारी हूं कि दिल्ली के इस अहंकार को पंजाब सहेगा नहीं। जी डॉक्टर विश्वास, कहीं इस पूरी लड़ाई में कानूनी लड़ाई भी थी। अभी मनजिंदर सिरसा साहब हमारे साथ जुड़ रहे थे, उन्होंने एक बहुत बड़ा सवाल खड़ा किया कि ठीक है, हम पर मामला दर्ज किया तो समझ आता था, हम तो राजनीतिक विरोधी थे। डॉक्टर कुमार विश्वास तो उनके संघर्ष के साथ ही रहे हैं, उनके साथ ऐसा व्यवहार, ये किस तरफ का इशारा? मैं फिर कह रहा हूं, चाहे भगवंत मान हो, चाहे वहां के विधायक हो, जो आदमी अपने 40 साल पुराने दोस्त का सगा नहीं हुआ, जो अपने गुरु का सगा नहीं हुआ, अपनी पत्नी, अपने बच्चों का सगा नहीं है, वो पंजाब में इन लोगों का सगा हो जाएगा, इनका भ्रम है। वो जिस दिन मौका मिलेगा पीठ में खंजर मारेगा। तो पंजाब में दशमेश पिता ने हमें क्या सिखाया है? गुरु जी ने हमें ये सिखाया है कि शस्त्र वालों का शस्त्र से जवाब दो और शास्त्र वालों का शास्त्र से जवाब दो। कि इससे पहले कि ये पंजाब को डसे, उसके अमन चैन को डसे, वहां के भाईचारे को डसे, वहां की हिंदू सिख एकता को डससे पहले इस सांप का उपचार होना जरूरी है। दरअसल वो डरता केवल मेरे बोलने से है, उसे पता है कि ये बोलेगा तो खोलेगा। और अभी उसका शिशुपाल है, उसकी 99 गालियां पूरी हुई नहीं है। जिस दिन उसकी 99 गाली पूरी हो जाएंगी, ईश्वर चाहेगा तो हमारे ही माध्यम से उद्धार हो जाएगा उसका। लेकिन तब तक मैं बहुत आभारी हूँ। मुझे पंजाब से अद्भुत प्रेम है, पंजाबी भाषा से। वो शिव बटालवी की जबान है, बुल्ले शाह की जबान है, वारिस शाह की जबान है, मेरे खून में वो है। और खालसा पंथ की सीख के साथ मेरा बचपन आगे चला है। लेकिन मुझे दुख होता है जब कभी मैं देखता हूँ कि हिंदू मुस्लिम सिख भाईचारे के बीच ये आदमी जहर के बीज बोकर अपने वोटों के लिए इंतजाम करता है। और मैं बार बार चिंतित रहता हूँ अपने छोटे भाई भगवंत मान के लिए, जिसे मैं ही पार्टी में लेकर आया था। मुझे आज भी वो दिन याद है कि भगवंत 2 बार इस्तीफा मेरे घर पर फेंक कर गया था कि भाई साहब नहीं रहना। हर बार मैंने उसे मनाया, समझाया कि तू पंजाब की आन बान शान है, तू सिखों का चेहरा है, तू खुददार है, भावनात्मक आदमी है, भोला आदमी है, कलाकार आदमी है, मन का अच्छा आदमी है। उसका भी ये दुरुपयोग करता रहा है, पहले अपमानित करता रहा है और मुझे पता है कि अपमानित करेगा। मुझे वो सब सूचनाएं भी हैं कि किस समय उसको अपमानित करेगा, किस समय उसकी पीठ में छुरा घोंपेगा। तो मैं तो पंजाब को भी आगाह करता हूँ, उसे भी आगाह करता हूँ और आशा करता हूँ कि हमारा खुशहाल पंजाब पंजाबियों के हाथों में ही रहेगा, उसी हनकदार पगड़ी के हाथों में रहेगा जिसके माध्यम से पूरे विश्व में भारत भी आदर पाता है। डॉक्टर विश्वास, आप माँ शारदा के सुपुत्र हैं, आप माँ सरस्वती के सुपुत्र हैं। इस वक्त पूरा पंजाब आपको सुन रहा है और आज क्योंकि एक अहम मौका है, एक ऐसा मौका है जब न्यायपालिका ने आपके पक्ष में एक बहुत बड़ा फैसला और एक सरकार को कहीं ना कहीं आईना दिखाया कि आप यहां गलत कर रहे थे। तो आज पंजाब भी चाहता है कि आप अपने अंदाज में, जिस अंदाज के लिए आप पूरी दुनिया में मशहूर हैं, पूरा विश्व आपको जानता है, उस अंदाज में
कुछ देखिए, मेरे घर पर तो वो पंजाब के बहादुर बेटे आए थे, पुलिस वाले आए थे, जब 2-3 गाड़ियां भर के, तब मैंने उनकी आवभगत की थी और मैंने कहा था कि आप सबको लस्सी पिलाते हैं, आप सबको पराठे खिलाते हैं, इस एक सामान्य उत्तर भारतीय ब्राह्मण के घर की भी चाय पिए, पराठे खाएं। मैं उनका भी आभारी हूँ कि बेचारे वो वहां तक चलकर आए। ये इतना षड्यंत्रकारी व्यक्ति है कि इसने कवि सम्मेलनों में कभी मेरे पड़े हुए छोटे छोटे चुटकुलों की कटिंग अपने चेलों से वहां वायरल करवाई, ताकि मैं भगत सिंह पर पंजाबी में गीत लिखने वाला आदमी, पंजाबी के लिए पूजा करने वाला आदमी, पातर साहब का दीवाना, तरसेम गुजराल का दीवाना और अपने शिव बटालवी गाने वाला आदमी, उसके बारे में नेगेटिविटी फैले। लेकिन पंजाब ने फिर भी वो स्वीकार नहीं की। मुझे पॉलिटिक्स से कोई मतलब नहीं, ये जीते दूसरे जीते, भाजपा जीते कांग्रेस जीते, मुझे कोई मतलब नहीं। मुझे इस बात की केवल नाराजगी है कि जो इसका सच उजागर करता है उसके खिलाफ ये काम करता है। तो आज ये बहुत बड़ा उसको एक चांटा पड़ा है न्यायपालिका का, और आप उस निर्णय की आखिरी पंक्ति पढ़िए तो बहुत रोमांचित होंगे। उसमें न्यायमूर्ति ने साफ लिखा है कि ये क्लियर कट केस है पावर के मिसयूज का, लॉ के मिसयूज का। इसीलिए हम सारी प्रोसीडिंग्स और सारी एफआईआर क्रैश करते हैं। और मैं आशा करता हूं कि पंजाब पुलिस, जो स्वाभिमानी पुलिस है, जिसने आतंकवाद के समय में अपनी छाती आगे करके इस मिट्टी को बचाया है, इसको स्वाभिमान दिया है, इसको इज्जत दी है, भारत की अखंडता के लिए लड़ी है, उस स्वाभिमानी पंजाब पुलिस का दुरुपयोग करना ये आदमी अपनी कुंठा के लिए बंद करे। मैं अपने छोटे भाई भगवंत मान को भी शुभकामना देते हुए कहता हूं कि वो आराम से पंजाब चलाए। पंजाब के लोगों ने उस पर भरोसा करा है। और पंजाब का एक बड़ा मशहूर गीत जो चाचा अजीत सिंह जी के माध्यम से हम लोग सुना करते थे, भगत सिंह जी के चाचा जी के, पगड़ी संभाल जट्टा, ये पगड़ी बड़ी स्वाभिमानी है। इसके शीर्ष पर होने की वजह से ही तो हिंदुस्तान में हम लोगों का आन बान सम्मान बचा है। हम तो सामान्य हिंदू हैं, हमारा भी शान और सम्मान इसी पगड़ी के कारण बचा है एक विरोधी समय में। तो इस पगड़ी के स्वाभिमान की रक्षा करे और दिल्ली के किसी बौने आका के कहने पर चलना बंद करे, क्योंकि दिल्ली के आकाओं से पंजाब कभी नहीं चला। भारत की अकेली मिट्टी है जो दिल्ली को आईना दिखाती है। कवि हृदय डॉक्टर कुमार विश्वास का अपने अंदाज में पूरे पंजाब के लिए संदेश। मैं पंजाब से बस यही कहना चाहता हूं, मैं इस समय बहुत भावुक हूं आपसे बात करते हुए, इसलिए नहीं कि कोर्ट से ये क्रैश हुआ है, इसलिए कि मुझे निजी रूप से पंजाब बहुत प्रिय है। पंजाब की मिट्टी, उसके स्वाभिमान, उसकी संस्कृति, उसके हीर, उसके टप्पे हमारी नसों में घुले हुए हैं। मेरा बचपन बीता है मेरे चाचा सरदार राजेंद्र सिंह जी से खालसा पंथ की कहानियां सुनते हुए, और मतलब बाबा बंदा सिंह बैरागी की कहानियां सुनते हुए, बाबा दीप सिंह की लड़ाई सुनते हुए, चमकौर गढ़ी की लड़ाई सुनते हुए, चारों साहबजादों के बलिदान सुनते हुए मैंने उन पे कविताएं लिखी है लंबी लंबी। लेकिन जब इस नीच आदमी ने वहां ये दुरुपयोग करा तो मेरा बड़ा मन दुखा। मैं आना चाहता हूँ, पंजाब आता हूँ, लेकिन इसलिए थोड़ी आना चाहता हूँ कि एक बेबुनियाद एफआईआर करा दे और पंजाब पुलिस मेरे दरवाजे पे आए। मैं तो चाहता हूँ वैसे ही मैं पंजाब जाऊँ, कहीं मंची पर बैठूं, वहाँ पंजाबी के गीत गाऊं। मैं आप सबको बहुत आभार व्यक्त करता हूँ, विशेष रूप से आपको कि आपने मुझे समय दिया, और सारे पंजाब को शुभकामना देता हूँ कि कृपा करके किसी भी प्रकार से दिल्ली के बौने की दुष्ट नजरों से पंजाब बचे। बहुत धन्यवाद। डॉक्टर विश्वास, न्यूज़ 18 पंजाब की तरफ से हम आपको आमंत्रित कर रहे हैं। आप पंजाब आइए, आप कब आएंगे बताइए? आप जब बुलाएंगे, जब भी कोई ऐसा कार्यक्रम होगा, और समय निकाल कर जरूर आऊंगा। और मैं तो पीछे भी गया था जलियांवाला बाग में, उस मिट्टी को चूमने, दरबार साहब भी गया था अपनी हाजिरी लगाने के लिए। वहाँ बहुत देर बैठ के मैंने बहुत देर जपनाम किया मैंने पूजा की, अरदास की, और जब भी आप बुलाएंगे मैं वहां पहुंचूंगा। बहुत शुक्रिया, बहुत शुक्रिया हमसे बातचीत करने के लिए डॉक्टर कुमार विश्वास। डॉक्टर कुमार विश्वास साडे नाल गल कर रहे ਸੀਗੇ, जिन्होंने साफ तौर ਤੇ ਕਿਹਾ ਕਿ ਪੂਰੇ ਦਾ ਪੂਰਾ ਪ੍ਰੋਸੈਸ ਜਿਹੜਾ ਸੀਗਾ, ਇਹ ਪੂਰੀ ਦੀ ਪੂਰੀ ਪ੍ਰਕਿਰਿਆ ਜਿਹੜੀ ਸੀਗੀ, ਸਾफ तौर ਤੇ ਉਹਨਾਂ ਨੇ ਕਿਹਾ ਕਿ ਚੀਫ ਜਸਟਿਸ ਨੇ ਜਿਹੜੀ ਆਖਰੀ ਲਾਈਨ ਲਿਖੀ ਹੈ ਉਹ ਪੜਨ ਵਾਲੀ ਹੈ, ਰੋਮਾਂਚਿਤ ਕਰਨ ਵਾਲੀ ਹੈ। ਔਰ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵਜ਼ਾਰਤ ਦੀ ਦੁਰਵਰਤੋਂ ਦਾ ਸਿੱਧੇ ਤੌਰ ਤੇ ਮਾਮਲਾ ਹੈ। ਜੇਕਰ ਤੁਹਾਡੇ ਕੋਲ ਤਾਕਤ ਆ ਗਈ, ਜੇਕਰ ਤੁਹਾਡੇ ਕੋਲ ਸੱਤਾ ਆ ਗਈ, ਤਾਂ ਉਸ ਦੀ ਦੁਰਵਰਤੋਂ ਦਾ ਇਹ ਪੂਰੇ ਦਾ ਪੂਰਾ ਮਾਮਲਾ ਹੈ। ਔਰ ਜਸਟਿਸ, ਚੀਫ ਜਸਟਿਸ ਨੇ ਜਿਹੜਾ ਹੈਗਾ ਆਪਣੇ ਫੈਸਲੇ ਦੇ ਵਿੱਚ ਆਖਰੀ ਲਾਈਨ ਦੇ ਵਿੱਚ ਇਹ ਲਿਖਿਆ ਹੈ। ਨਿਊਜ਼ 18 ਪੰਜਾਬ ਤੇ ਪਹਿਲਾ ਰਿਐਕਸ਼ਨ ਸੀਗਾ ਡਾਕਟਰ ਕੁਮਾਰ ਵਿਸ਼ਵਾਸ ਦਾ ਇਸ ਵੱਡੇ ਫੈਸਲੇ ਤੋਂ ਬਾਅਦ। ਦਿੱਲੀ ਦੇ ਹੰਕਾਰੀਆਂ ਨੂੰ ਪੰਜਾਬ ਬਰਦਾਸ਼ਤ ਨਹੀਂ ਕਰਦਾ। ਸਾਫ਼ ਤੌਰ ਤੇ ਉਹਨਾਂ ਨੇ ਕਹਿਤਾ, ਰਾਵਣ ਦੀ ਲੰਕਾ ਤੇ ਪੰਜਾਬ ਦੇ ਲੋਕ ਅੱਗ ਲਾਣਗੇ। ਕੇਜਰੀਵਾਲ ਹੁਣ ਭਗਵੰਤ ਮਾਨ ਦੀ ਪਿੱਠ ਤੇ ਵੀ ਛੁਰਾ ਮਾਰੇਗਾ। ਸਾਫ਼ ਤੌਰ ਤੇ ਡਾਕਟਰ ਕੁਮਾਰ ਵਿਸ਼ਵਾਸ ਨੇ ਕਹਿ ਦਿੱਤਾ, ਔਰ ਚੇਤਾਵਨੀ ਵੀ ਦੇ ਦਿੱਤੀ ਹੈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਆਰਟਿਸਟਿਕ ਨੇ, ਕਲਾਕਾਰ ਦਾ ਦਿਲ ਹੈਗਾ, ਸਿੱਧੇ ਨੇ, ਭੋਲੇ ਨੇ, ਔਰ ਉਹਨਾਂ ਨੂੰ ਵੀ ਅਰਵਿੰਦ ਕੇਜਰੀਵਾਲ ਧੋਖਾ ਦੇ ਸਕਦੇ ਨੇ। ਕਹਿੰਦੇ ਹੋਏ ਡਾਕਟਰ ਕੁਮਾਰ ਵਿਸ਼ਵਾਸ ਸਾਫ਼ ਤੌਰ ਤੇ ਉਹਨਾਂ ਨੇ ਨਿਊਜ਼ 18 ਪੰਜਾਬ ਤੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਅਜਿਹੇ ਜਾਣਕਾਰੀ ਮਿਲ ਰਹੀ ਹੈ, ਉਹਨਾਂ ਨੂੰ ਅਜਿਹੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਅਜਿਹਾ ਹੋ ਸਕਦਾ ਹੈ। ਔਰ ਉਹ ਲਗਾਤਾਰ ਉਹ ਪੰਜਾਬ ਦੇ ਲੋਕਾਂ ਨੂੰ ਵੀ ਇਹ ਆਗਾਹ ਕਰਦੇ ਰਹਿਣਗੇ, ਦੱਸਦੇ ਰਹਿਣਗੇ, ਲੋਕਾਂ ਨੂੰ ਇਹ ਬਕਾਇਦਾ ਜਗਾਉਂਦੇ ਰਹਿਣਗੇ ਕਿ ਇਸ ਤਰ੍ਹਾਂ ਦੀ ਹਾਲਤ ਜਿਹੜਾ ਹੈਗਾ ਉਹ ਨਾ ਬਣੇ।
इस तरीके की कोशिश वो लगातार करते रहेंगे। डॉक्टर कुमार विश्वास साडे नाल गल कर रहे सीगे। वड्डा फैसला अज पंजाब अते हरियाणा हाई कोर्ट दा कुमार विश्वास अते तजिंदर बग्गा के खिलाफ FIR जिहड़ी दर्ज की गई सी वो रद्द कर दी गई है। रद्द करने का हुक्म दिता गया। हुण सवाल जिहड़े उठने हैं कि ये रद्द क्यों की गई, तो पहली गल तुहानूं दस दईए, पॉइंट बाय पॉइंट दस दिंदे आ। तजिंदर बग्गा के खिलाफ FIR रद्द क्यों की गई है? कोर्ट ने दो चीज़ों को आधार बनाया। कोर्ट ने कहा पहली गल, तजिंदर बग्गा ने जिहड़े ट्वीट किए वो ट्वीट पंजाब के अंदर आके नहीं किए, वो दिल्ली बह के किए ने। जुरिस्डिक्शन ही अलग हो जाती है टोटल। तो इस वेले ट्वीट किया तजिंदरपाल सिंह बग्गा ने पंजाब हाई कोर्ट का अरविंद केजरीवाल के मुंह ते ये तमाचा मेरे खिलाफ दर्ज की गई करारा थप्पड़ उन्होंने लिखा है कि मेरे खिलाफ की गई FIR नू गलत दसते हुए FIR नू रद्द किया है। तजिंदरपाल सिंह बग्गा ने ट्वीट किया है पंजाब हाई कोर्ट का अरविंद केजरीवाल के मुंह ते करारा थप्पड़। साफ तौर पर उन्होंने लिखा मेरे खिलाफ की गई FIR नू गलत दसते हुए FIR नू रद्द किया है। ट्वीट जिहड़ा है तजिंदरपाल सिंह बग्गा ने किया, बीजेपी आगू ने किया है। और कोर्ट ने बकायदा अपने फैसले की डिटेल दे विच जिहड़ी असीं जानकारी दे रहे थे अपने दर्शकों को कि कोर्ट का फैसला की कहंदा है। कोर्ट का फैसला दो गल्लां ते आधारित है। तजिंदरपाल बग्गा के मामले में दो गल्लां की ने। पहली गल यह है कि तजिंदरपाल बग्गा ने जिहड़े ट्वीट किए ने वो पंजाब आके नहीं किए, जुरिस्डिक्शन अलग है, एरिया अलग है। दूजा वो ट्वीट्स जिहड़े कोट किए गए उन्होंने पढ़न तो बाद किते भी ये नहीं लगता कि इन्हां दे नाल लोकां दे विच कोई उन्माद फैल सकता है या लोग भड़क सकते हैं। ये सीधे तौर पर देखा जाए कोर्ट ने कहा कि ये पॉलिटिकल स्टेटमेंट्स ने। पॉलिटिकल स्टेटमेंट्स जिहड़ी रूटीन दे विच पॉलिटिशियंस दिंदे ने, एक दूजे के खिलाफ दिंदे ने, उस तरीके की स्टेटमेंट इसनूं समझा जाए। इस करके इस FIR का कोई आधार नहीं बनता। दूजी गल डॉक्टर कुमार विश्वास का मामला। डॉक्टर कुमार विश्वास के मामले दे विच जिहड़ी आखिरी लाइन कोर्ट ने लिखी है अपने फैसले दे विच वो पूरे दे पूरे मामले में जिहड़ा है समअप कर दिया है कि यह वजारत की दुर्वरतों का मामला है। वजारत नूं जिस तरीके इस्तेमाल किया गया है ये मंदी भावना दे नाल या यह कह लिया जाए कि गलत सोच के नाल उसकी वरतों की गई है। साफ तौर पर कोर्ट ने जिहड़ा है पंजाब ते हरियाणा हाई कोर्ट ने अपने फैसले विच आखिरी लाइन दे विच लिखा है और डॉक्टर कुमार विश्वास के खिलाफ दर्ज FIR नूं भी रद्द किया गया। हालांकि इस सब दे विचाले भी आम आदमी पार्टी फिलहाल की कहेगी असीं ये भी समझने की कोशिश कर रहे हैं। आम आदमी पार्टी के नाल असीं राबता कायम करने की कोशिश कर रहे हैं, राबता कायम नहीं हो पा रहा है। साडी टीम लगातार लगी हुई है, वख-वख आगुआं दे नाल असीं गलबात कर रहे हैं। ऑन एयर आके ऑन रिकॉर्ड आके की कहा जाता है पार्टी के वलों की कहती है पार्टी, की कहते हैं पार्टी के बुलारे, पार्टी के आगू, पार्टी के मंत्री विधायक, की कहती है सरकार। ये सारे सवाल हजे बरकरार ने पर फिलहाल की कड़ी राहत जिहड़ी हैगी है तजिंदरपाल बग्गा ते डॉक्टर कुमार विश्वास नूं और जिहड़ी मुश्किल हैगी है वो पंजाब सरकार दे लई वड्डी मुश्किल जिहड़ी हैगी है पंजाब सरकार दे लई, क्योंकि जदों इस तरीके का मामला हुंदा है और इस तरीके के मामले में जिस तरीके की राहत दी गई है और सवाल खड़े हुए ने ये अपने आप विच वड्डा सवाल।